ਦੋਸਤੋ ਮੈਂ ਹਰਕੀਰਤ ਅੱਜ ਇੱਕ ਹੈਲਥ ਐਂਡ ਵੈਲਨੈਸ ਦਾ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਰਿਹਾ। ਸੋ ਹੈਲਥ ਐਂਡ ਵੈਲਨੈਸ ਦੇ ਵਿੱਚ ਹਮੇਸ਼ਾ ਆਪਾਂ ਆਪਣੇ ਹੈਲਥ ਔਰ ਵੈਲਨੈਸ ਸਾਡੇ ਸੁਭਾਅ ਮਾਨਸਿਕ ਔਰ ਫਿਜ਼ੀਕਲ ਤੌਰ 'ਤੇ ਜਿਹੜੇ ਵੀ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸੋ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਵਿੱਚ ਨੇ ਬਲਵਿੰਦਰ ਬਰਨਾਲਾ ਜੀ। ਥੈਂਕ ਯੂ ਸਰ। ਬਲਵਿੰਦਰ ਬਰਨਾਲਾ ਜੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਬਲਵਿੰਦਰ ਜੀ, ਦਰਸ਼ਕੋ, ਬਲਵਿੰਦਰ ਜੀ ਬਹੁਤ ਲੰਬੇ ਸਮੇਂ ਤੋਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੇ ਰਹੇ। ਇਹਨਾਂ ਨੇ MA ਸਾਈਕੋਲੋਜੀ ਸਾਈਕੋਥੈਰੇਪੀ ਪਲੱਸ ਕਾਉਂਸਲਿੰਗ ਵਿੱਚ ਇਹਨਾਂ ਦਾ ਬਹੁਤ ਵੱਡਾ ਤਜਰਬਾ ਰਿਹਾ। ਇਹਨਾਂ ਨੇ MA ਐਜੂਕੇਸ਼ਨ ਕੀਤੀ ਔਰ ਇਹਨਾਂ ਨੇ MPEd ਵੀ ਕੀਤੀ ਹੋਈ ਹੈ ਔਰ ਇਹ ਪ੍ਰਿੰਸੀਪਲ ਰਹੇ ਬਰਨਾਲਾ ਸਕੂਲ ਦੇ ਵਿੱਚ। ਹਾਂਜੀ, ਸੋ ਇਹਨਾਂ ਦਾ ਲੰਮਾ ਤਜਰਬਾ ਇਸ ਚੀਜ਼ ਦੇ ਵਿੱਚ। ਸੋ ਅੱਜ ਆਪਾਂ ਇਹਨਾਂ ਤੋਂ ਕੁਝ ਜਾਣਕਾਰੀ ਲਵਾਂਗੇ। ਬਲਵਿੰਦਰ ਜੀ, ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਗੱਲ ਕਰੀਏ ਕਿ ਜਿਹੜਾ ਕੋਵਿਡ ਦਾ ਇਹ ਸਾਰਾ ਆਪਣਾ ਟਾਈਮ ਚੱਲ ਰਿਹਾ ਹੈ। ਹਾਂਜੀ ਹਾਂਜੀ। ਸੋ ਇਹਦੇ ਵਿੱਚ ਮੈਂ ਇਹ ਦੇਖਣ ਨੂੰ ਮਿਲਦਾ ਕਿ ਕਾਫੀ ਸਾਰੇ ਜਿਹੜੇ ਸਾਡੇ ਇੰਟਰਪਰਸਨਲ ਰਿਲੇਸ਼ਨਸ ਨੇ, ਸਾਡੇ ਡੋਮੈਸਟਿਕ ਰਿਲੇਸ਼ਨਸ ਨੇ, ਉਹਨਾਂ ਵਿੱਚ ਬੜੀਆਂ ਚੇਂਜਸ ਆਈਆਂ ਨੇ। ਸਾਡਾ ਜਿਹੜਾ ਸੁਭਾਅ ਹੈ, ਬੱਚਿਆਂ ਦਾ ਸੁਭਾਅ ਹੈ, ਸਾਡਾ ਆਪਸ ਵਿੱਚ ਸਾਡਾ ਜਿਹੜਾ ਰਿਸ਼ਤੇ ਨੇ, ਨਾਤੇ ਨੇ, ਉਹਨਾਂ ਵਿੱਚ ਵੀ ਬੜਾ ਡਿਫਰੈਂਟ ਆਇਆ। ਇੱਕ ਨया ਅਖਤਿਆਰ ਆਪਾਂ ਨਈ ਚੀਜ਼ ਦੇਖਣ ਨੂੰ ਮਿਲੀ। ਹਾਂਜੀ। ਸੋ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਚਾਨਣਾ ਪਾਓ ਵੀ ਕੀ ਤੁਸੀਂ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ ਇਹਦੇ ਵਿੱਚ? ਦੇਖੋ, ਇਹ ਸਾਡੇ ਲਈ ਜਿਹੜੀ ਪੈਂਡੇਮਿਕ ਆਈ ਹੈਗੀ ਹੈ, ਹਾਂਜੀ, ਕਿਉਂਕਿ ਲਾਈਫ 'ਚ ਪਹਿਲੀ ਵਾਰੀ ਸਭ ਨੂੰ ਦੇਖਣ ਨੂੰ ਮਿਲ ਰਿਹਾ। ਹਾਂਜੀ, ਬਿਲਕੁਲ। ਕਿ ਘਰਾਂ 'ਚ ਬਹਿ ਕੇ ਸਮਾਂ ਗੁਜ਼ਾਰਨ ਦੀ ਜਿਹੜੀ ਸਮੱਸਿਆ ਆਈ ਹੈ, ਪ੍ਰੋਬਲਮ ਆਈ ਹੈਗੀ। ਹਾਂਜੀ, ਪਹਿਲਾਂ ਤਾਂ ਇਹ ਹੁੰਦਾ ਸੀ ਮਾਪਿਓ ਜਿਹੜੇ ਹੈਗੇ ਜੀ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਹੈਗੇ, ਅਤੇ ਹੁਣ ਸਥਿਤੀ ਇਹ ਆ ਗਿਆ ਵੀ ਉਹ 24 ਘੰਟੇ ਬੱਚਿਆਂ ਕੋਲ ਹੀ ਨੇਗੇ। ਹਾਂਜੀ, ਮਤਲਬ ਨੈਚੁਰਲੀ, ਮਤਲਬ ਜਦੋਂ ਤੁਸੀਂ ਲਗਾਤਾਰ ਇੱਕ ਦਾਇਰੇ 'ਚ ਬੰਦ, ਜਿਵੇਂ ਜਸਟ ਲਾਈਕ ਮੈਂ ਇਹਨੂੰ ਪ੍ਰੀਜ਼ਨ ਵਾਂਗੂ ਮਹਿਸੂਸ ਕਰਦੇ ਆ ਕਈ ਵਾਰ ਉਹ। ਹਾਂਜੀ, ਵੀ ਉਹ ਬਾਹਰ ਜਾਣਾ ਚਾਹੁੰਦੇ ਆ ਪਰ ਬਾਹਰ ਜਾਣ ਲਈ ਉਹਨਾਂ ਕੋਲੇ ਹੁਣ ਪੈਂਡੇਮਿਕ ਕਰਕੇ ਡਰਦੇ ਹੈਗੇ। ਹਾਂਜੀ, ਅਤੇ ਉਹਦੇ ਨਾਲ ਬਹੁਤ ਸਾਰੀਆਂ ਨਵੀਆਂ ਪ੍ਰੋਬਲਮ ਆਈਆਂ ਨੇਗੀਆਂ। ਮਤਲਬ ਜਿਹੜੇ ਪਰਸਨਲ ਡਿਸਪਿਊਟਸ ਨੇ ਘਰਾਂ ਦੇ ਅੰਦਰ, ਖਾਸ ਮੀਆਂ ਬੀਵੀ ਦੇ, ਉਹ ਵਧੇ ਨੇ ਜੀ। ਹਾਂ, ਵਧੇ ਹੈ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਜਿਹਦੇ ਵਿੱਚ ਇਹ ਸੀ ਕਿ ਅਰਾਊਂਡ 31 to 45% ਜਿਹੜੇ ਨੇ ਉਹਨਾਂ 'ਚ ਰਾਈਜ਼ ਹੋਇਆ ਇਸ ਡਿਸਪਿਊਟ ਦੇ ਵਿੱਚ, ਪਰਸੈਂਟੇਜ ਦੇ ਵਿੱਚ। ਬਿਲਕੁਲ। ਸੋ ਉਹ ਜਿਹੜੀਆਂ ਬੀਵੀਆਂ ਜਿਹੜੀਆਂ ਕਹਿ ਕਰਦੀਆਂ ਸੀ ਕਿ ਸਾਨੂੰ ਤੁਸੀਂ ਟਾਈਮ ਨਹੀਂ ਮਿਲਦੇ ਹੈਗੇ, ਅੱਜ ਉਹੀ ਨਾਲ ਰਹਿ ਕੇ ਸ਼ਾਇਦ ਕੁਝ ਜਿੱਥੋਂ ਅਸੀਂ ਉੱਭ ਚੁੱਕੇ ਹਾਂ। ਸਾਡਾ ਹਿਊਮਨ ਬਿਹੇਵੀਅਰ ਹੀ ਡਾਕਟਰ ਸਾਹਿਬ ਇੱਦਾਂ ਦਾ ਹੈ ਕਿ ਅਸੀਂ ਬਹੁਤ ਦੇਰ ਤੱਕ ਜਦ ਆਪਾਂ ਕਿਸੇ ਚੀਜ਼ ਸਾਡੇ ਕੋਲ ਹੁੰਦੀ ਹੈ, ਪਹਿਲਾਂ ਤਾਂ ਆਪਾਂ ਇੱਕ ਬੱਚੇ ਵਾਂਗੂ ਉਸ ਚੀਜ਼ ਨੂੰ ਭਾਲਦੇ ਹਾਂ, ਉਸ ਚੀਜ਼ ਨੂੰ ਤਮੰਨਾ ਕਰਦੇ ਹਾਂ, ਲੇਕਿਨ ਜਦ ਸਾਨੂੰ ਮਿਲ ਜਾਂਦੀ ਆ ਫਿਰ ਸ਼ਾਇਦ ਉਹ ਆਪਣੀ ਵੈਲਿਊ ਨੂੰ ਖੋ ਜਾਂਦੀ ਹੈ, ਉਸ ਦੀ ਵੈਲਿਊ ਖਤਮ ਹੋ ਜਾਂਦੀ ਹੈ। ਹਰਕੀਤ ਜੀ, ਇੱਕ ਕਹਾਵਤ ਹੈ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਯਾ, ਅਤੇ ਮੈਨੂੰ ਲੱਗਿਆ ਵੀ ਇਹ ਗੱਲ ਤਾਂ ਵਾਪਰੀ ਹੈਗੀ। ਅੱਛਾ ਜੀ। ਵੀ ਜਦੋਂ ਆਪਾਂ ਘਰ ਦੇ ਅੰਦਰ ਲਗਾਤਾਰ ਇੱਕ ਦੂਜੇ ਨੂੰ ਬਾਚ ਕਰਦੇ ਹਾਂ, ਕਿਉਂਕਿ ਸਾਡੇ ਅੰਦਰ ਬਿਹੇਵੀਅਰ ਅੰਦਰ ਪੋਜ਼ਿਟਿਵ ਅਤੇ ਨੈਗੇਟਿਵ ਦੋਨੇ ਹੀ ਲਗਾਤਾਰ ਚੱਲਦੇ ਰਹਿੰਦੇ ਆ। ਹਾਂਜੀ। ਕਦੇ ਅਸੀਂ ਗੁੱਸੇ 'ਚ ਵੀ ਆ ਜਾਂਦੇ ਹਾਂ, ਕਦੇ ਅਸੀਂ ਨਰਮ ਵੀ ਹੋ ਜਾਂਦੇ ਹਾਂ। ਮਤਲਬ ਇੱਕ ਦੂਜੇ ਦਾ ਬਿਹੇਵੀਅਰ ਨੇੜੇ ਹੋ ਕੇ ਬਾਤ ਕਰਦੇ ਹਾਂ ਫਿਰ ਅਸੀਂ। ਹਾਂਜੀ। ਅਤੇ ਕਈ ਵਾਰ ਕੀ ਹੁੰਦਾ ਹੈ, ਜਿਵੇਂ ਸਾਡੇ ਅੰਦਰ ਖਾਸ ਤੌਰ ਡੋਮੀਨੇਸ਼ਨ ਦੀ ਗੱਲ ਆ ਜਾਂਦੀ ਹੈ। ਪਰਿਵਾਰ ਦੇ ਅੰਦਰ ਕੋਈ ਵੀ ਡੋਮੀਨੇਟ ਜਿਹੜਾ ਹੁੰਦਾ ਹੈਗਾ, ਉਹ ਦੂਜੇ ਨੂੰ ਕ੍ਰਿਟਿਸਾਈਜ਼ ਕਰਨ 'ਤੇ ਵੱਧ ਜ਼ੋਰ ਲਾ ਦਿੰਦਾ ਹੈ। ਹਾਂਜੀ। ਜਾਂ ਮਤਲਬ ਆਪਣੀ, ਮੈਨੂੰ ਹੈਰਿਸਨ ਦੀ ਗੱਲ ਯਾਦ ਆਉਂਦੀ ਹੈ। ਮਤਲਬ ਉਹਦੇ 'ਚ ਕੀ ਹੈਗਾ, ਉਹ ਇੱਕ ਸਟੇਟਮੈਂਟ ਦਿੰਦਾ ਹੈ ਜਿਹਦੇ 'ਚ 4 ਮਤਲਬ ਲਾਈਨਾਂ ਦੀਆਂ 4 ਸਟੇਟਮੈਂਟਾਂ ਨੇ ਛੋਟੇ ਛੋਟੀਆਂ। ਠੀਕ ਹੈ ਜੀ। ਇੱਕ ਤਾਂ ਉਹ ਕਹਿ ਰਿਹਾ ਹੈਗਾ ਮਤਲਬ ਵੀ ਆਈ ਐਮ ਰਾਈਟ, ਯੂ ਆਰ ਰੋਂਗ। ਅੱਛਾ ਜੀ। ਪਹਿਲੀ ਸਟੇਟਮੈਂਟ ਹੈ ਇਹ। ਦੂਸਰੀ ਉਹ ਕਹਿ ਰਿਹਾ ਹੈਗਾ ਆਈ ਐਮ ਰੋਂਗ, ਯੂ ਆਰ ਰਾਈਟ, ਉਲਟ ਕਰਤਾ। ਅਤੇ ਇੱਕ 'ਚ ਕਹਿ ਰਿਹਾ ਆਈ ਐਮ ਰੋਂਗ, ਯੂ ਆਰ ਆਲਸੋ ਰੋਂਗ। ਅਤੇ ਇੱਕ 'ਚ ਕਹਿ ਆਈ ਐਮ ਰਾਈਟ, ਯੂ ਆਰ ਆਲਸੋ ਸਮਵਟ ਰਾਈਟ। ਉਹ ਕਹਿੰਦਾ ਜੋ 3 ਤਾਂ ਖਾਸ ਤੌਰ 'ਤੇ ਸਿੱਖ ਪਰਸਨ ਨੇ, ਜਿਹੜੇ 3 ਸਿੱਖ ਪਰਸਨਲ ਸਟੇਟਮੈਂਟਾਂ ਨੇਗੀਆਂ। ਪਹਿਲੀ ਤਾਂ ਜਿਹੜੀ ਆਈ ਐਮ ਰਾਈਟ, ਯੂ ਆਰ ਰੋਂਗ, ਵੀ ਆਪਣੇ ਆਪ ਨੂੰ ਠੀਕ ਸਮਝਣਾ, ਦੂਜੇ ਨੂੰ ਗਲਤ ਸਮਝਣਾ, ਜਾਂ ਆਪਣੇ ਆਪ ਨੂੰ ਗਲਤ ਸਮਝਣਾ, ਦੂਜੇ ਨੂੰ ਸਾਰਾ ਠੀਕ ਸਮਝੀ ਜਾਣਾ, ਜਾਂ ਦੋਨਾਂ ਨੇ ਆਪਸ ਵਿੱਚ ਗਲਤ, ਵੀ ਮੈਂ ਵੀ ਗਲਤ ਹਾਂ, ਤੂੰ ਵੀ ਗਲਤ ਹਾਂ। ਮਤਲਬ ਬੈਲੈਂਸ ਨਾ ਹੋਣਾ ਕਿਸੇ ਵਾਸਤੇ ਆ ਕੇ। ਅਤੇ ਚੌਥੀ ਸਟੇਟਮੈਂਟ ਦੇ ਵਿੱਚ ਉਹਨੇ ਕਲੀਅਰ ਕਰਦਾ ਵੀ ਸਾਨੂੰ ਅਸਲ ਵਿੱਚ ਇੱਕ ਬੈਲੈਂਸ ਦੀ ਜ਼ਰੂਰਤ ਹੈ, ਜਿਹੜੀ ਇਹ ਪ੍ਰੋਬਲਮ ਘਰਾਂ 'ਚ ਆਈ ਹੈਗੀ ਹੈ। ਸੋ ਡਾਕਟਰ ਸਾਹਿਬ, ਆਪਾਂ ਪਹਿਲਾਂ ਸ਼ਾਇਦ ਅੱਜ ਆਪਾਂ ਜੋ ਟੌਪਿਕ ਲੈ ਕੇ, ਜੋ ਮੈਂ ਸੋਚਦਾ ਉਹ ਆਪਾਂ ਨੂੰ ਇਹ ਚਾਹੀਦਾ ਕਿ ਖਾਸ ਕਰ ਜਿਹੜੇ ਬੱਚਿਆਂ ਦੇ ਵਿੱਚ ਜੋ ਚੇਂਜਸ ਆਏ ਨੇ ਉਹਨਾਂ ਦੇ ਬਿਹੇਵੀਅਰ ਵਿੱਚ, ਜਿਹੜਾ ਕਿ ਐਡੋਲਸੈਂਸ ਹੁੰਦੇ ਨੇ, ਜਿਹੜੇ ਕਿ ਟੀਨ ਏਜ ਨੇ, ਸੋ ਉਹਨਾਂ ਵਿੱਚ ਜਿਹੜੀਆਂ ਪ੍ਰੋਬਲਮਸ ਨੇ, ਤੁਸੀਂ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਸਕਸ ਕਰੀਏ, ਜ਼ਿਆਦਾ ਬਿਹਤਰ ਹੈ। ਬਿਕੋਜ਼ ਸ਼ਾਇਦ ਮੀਆਂ ਬੀਵੀ ਕਿਤੇ ਨਾ ਕਿਤੇ ਆਪਸ 'ਚ ਉਹਨੂੰ ਕੰਪਰੋਮਾਈਜ਼ ਕਰ ਲੈਂਦੇ ਨੇ, ਕਿਉਂਕਿ ਸਾਡਾ ਜਿਹੜਾ ਜਿਸ ਪਿਛੋਕੜ ਤੋਂ ਅਸੀਂ ਆਏ ਹਾਂ ਉੱਥੇ ਹਮੇਸ਼ਾ ਹੀ ਜਿਹੜਾ ਮੇਲ ਪ੍ਰਧਾਨ ਜਿਹੜੀ ਹੈਗੀ ਹੈ, ਮੈਨ ਡੋਮੀਨੈਂਟ ਜਿਹੜੀ ਹੈਗੀ ਸੋਸਾਇਟੀ ਰਹੀ ਹੈ।
ਸੋ ਉਹ ਕਿਤੇ ਨਾ ਕਿਤੇ ਜਿਹੜੀਆਂ ਸਾਡੇ ਜਿਹੜਾ ਸਮਾਜ ਆ ਉਸ ਤਰ੍ਹਾਂ ਹੀ ਚੱਲੀ ਜਾ ਰਿਹਾ ਹੈਗਾ। ਪਰ ਜਦ ਕੈਨੇਡਾ ਵਿੱਚ ਅਸੀਂ ਆ ਜਾਂਦੇ ਹਾਂ, ਸੋ ਇੱਥੇ ਇਕੁਐਲਿਟੀ ਦੀ ਗੱਲ ਹੁੰਦੀ ਹੈ। ਇੱਥੇ ਹੀ ਸਭ ਨੂੰ ਕਹਿੰਦੇ ਵੀ ਸਾਰੇ ਇਕੁਅਲ ਨੇ, ਤੁਸੀਂ ਵੀ ਆਪਣੀ ਗੱਲ ਉਨੀ ਹੀ ਐਗਜ਼ਰਟ, ਇੱਕ ਫੀਮੇਲ ਵੀ ਉਨੀ ਗੱਲ ਐਗਜ਼ਰਟ ਰੱਖ ਸਕਦੀ ਹੈ, ਸਹੀ ਤਰੀਕੇ ਨਾਲ ਰੱਖ ਸਕਦੀ ਜਿੰਨਾ ਇੱਕ ਮੇਲ ਰੱਖ ਸਕਦਾ ਹੈਗਾ। ਲੇਕਿਨ ਖਾਸ ਕਰ ਜਿਹੜੇ ਬੱਚਿਆਂ ਨੂੰ ਡੋਮੀਨੇਟ ਕਰਨਾ, ਬੱਚਿਆਂ ਨੂੰ ਕੰਟਰੋਲ ਕਰਨ ਦਾ ਜਿਹੜਾ ਨਜ਼ਰੀਆ ਹੈ ਉਹ ਹਮੇਸ਼ਾ ਹੀ ਰਿਹਾ ਹੈ ਸਾਡੇ ਉਹਦੇ ਵਿੱਚ। ਸੋ ਉਹ ਲੇਕਿਨ ਜਿਹੜੇ ਇੱਥੇ ਕੈਨੇਡੀਅਨ ਬੱਚੇ ਹੁੰਦੇ ਨੇ, ਜਦ ਕੈਨੇਡਾ ਜਾ ਕੇ ਰਹਿੰਦੇ ਨੇ, ਉਹ ਆਲੇ ਦੁਆਲੇ ਦੇਖਦੇ ਨੇ ਸਾਰਾ ਕੁਝ, ਉਹਨੇ 'ਚ ਉਹਨਾਂ ਦਾ ਜੋ ਵਿਚਾਰ ਨੇ ਉਹ ਚੇਂਜ ਹੋ ਜਾਂਦੇ ਨੇ। ਉਹ ਜੋ ਬਾਹਰ ਦਿਖਦੇ ਨੇ ਉਹਦੇ ਇਖਤਿਆਰ ਨਾਲ ਜੀਣਾ ਚਾਹੁੰਦੇ ਨੇ। ਸੋ ਉਹ ਬੱਚਿਆਂ 'ਚੋਂ ਡਿਫਰੈਂਸਿਸ ਆਉਂਦੇ ਨੇ, ਉਹਨਾਂ ਬਾਰੇ ਆਪਾਂ ਤੁਸੀਂ ਜ਼ਰੂਰ ਦਰਸ਼ਕਾਂ ਨੂੰ ਦੱਸੋ। ਇਹਦੇ 'ਚ ਹਰ ਕੀ ਤਾਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਕੈਟਾਗਰੀਜ਼ ਉਹਦੀ ਕਰਨੀ ਪੈਣੀ ਹੈ, ਵੰਡ ਕਰਨੀ ਪੈਣੀ ਹੈ। ਹਾਂਜੀ। ਇੱਕ ਤਾਂ ਆਪਾਂ ਚਾਈਲਡਹੁੱਡ ਦੀ ਗੱਲ ਕਰਦੇ ਹਾਂ, ਅਰਲੀ ਚਾਈਲਡਹੁੱਡ ਤੇ ਲੇਟ ਚਾਈਲਡਹੁੱਡ। ਹਾਂਜੀ। ਦੋਨਾਂ ਦੇ ਮਤਲਬ ਬਿਹੇਵ 'ਚ ਅੰਤਰ ਹੁੰਦਾ ਹਮੇਸ਼ਾ ਹੀ। ਬਿਲਕੁਲ। ਕਿਉਂਕਿ ਜਿਹੜਾ ਅਰਲੀ ਚਾਈਲਡਹੁੱਡ ਦਾ ਉਹ ਤਾਂ ਬੱਚੇ ਦਾ ਬਿਹੇਵ ਕਰ ਰਿਹਾ ਹੁੰਦਾ ਜ਼ਿਆਦਾ। ਹਾਂਜੀ। ਲੇਟ ਚਾਈਲਡਹੁੱਡ 'ਚ ਬੱਚਾ ਕੁਛ ਆਲੇ ਦੁਆਲੇ ਨੂੰ ਸਮਝਣ ਲੱਗ ਜਾਂਦਾ ਹੈ। ਹਾਂਜੀ, ਮੈਂ ਗੱਲ ਕਰ ਰਿਹਾ ਜਿਵੇਂ 12 ਸਾਲ ਤੋਂ ਬਾਅਦ ਉਹ ਟੀਨੇਜਰ ਆ ਗਏ ਸਾਰੇ। ਹਾਂਜੀ, ਤਾਂ ਟੀਨ ਦੀ ਜ਼ਿਆਦਾ ਪ੍ਰੋਬਲਮ ਹੈ। ਹਾਂ, ਉਦੋਂ ਸ਼ਾਇਦ ਪਹਿਲਾਂ ਉਨੀ ਪ੍ਰੋਬਲਮ ਨਾ ਹੋਵੇ। ਦੇਖੋ ਟੀਨੇਜਰ ਕਿਉਂਕਿ ਆਲਰੇਡੀ ਉਹਨਾਂ ਦੇ ਇੱਕ ਮਨ 'ਚ ਇਹ ਖਾਸ ਤੌਰ ਤੇ ਇੰਸਟ੍ਰਿਕਟ ਪਈ ਹੈ ਫਰੀडम ਦੀ। ਮਤਲਬ ਉਹਨਾਂ ਦੇ 'ਚ ਇੱਕ ਗੱਲ ਇਹ ਭਾਰੂ ਹੁੰਦੀ ਹੈ ਵੀ ਆਈ ਐਮ ਰਾਈਟ। ਯੈਸ, ਆਲਵੇਜ਼ ਇਮੋਸ਼ਨਸ ਜ਼ਿਆਦਾ ਹੁੰਦੇ, ਮੈਂ ਠੀਕ ਹਾਂ। ਉਹ ਮਤਲਬ ਜੇ ਉਹਨੂੰ ਪੇਰੈਂਟਸ ਕੋਈ ਗੱਲ ਕਹਿੰਦਾ ਵੀ ਹੈਗਾ ਵੀ ਤੂੰ ਇਸ ਤਰ੍ਹਾਂ ਕਰ, ਤੂੰ ਠੀਕ ਨਹੀਂ ਕਰ ਰਿਹਾ, ਤਾਂ ਉਹਦਾ ਉਲਟੇ ਉਹਦਾ ਰਿਜ਼ੈਂਟਮੈਂਟ ਹੋ ਰਹੀ ਹੁੰਦੀ ਹੈ ਉਹਦੀ। ਹਾਂਜੀ। ਵੀ ਉਹਨੂੰ ਪਰ ਆਪਣੇ ਮਨ ਤੇ ਲਾਉਂਦਾ ਹੈਗਾ ਵੀ ਤੁਸੀਂ ਮੈਨੂੰ ਗਲਤ ਕਰ ਰਹੇ ਹੋ ਕਿਸੇ ਸ਼ਾਇਦ ਉਹ ਰੈਸ਼ਨਲਾਈਜ਼ ਨਹੀਂ ਕਰਦਾ ਹੈਗਾ ਉਸ ਚੀਜ਼ ਨੂੰ। ਨਹੀਂ ਕਰਦਾ। ਹਾਂਜੀ। ਹੁਣ ਮੇਰੇ ਕੋਲ ਇੱਕ ਆਪਣੀ ਕੱਲ ਦੀ ਗੱਲ ਹੈ, ਅਮਰੀਕਾ ਦੇ ਇੰਡੀਆਨਾ ਤੋਂ ਫੋਨ ਆਇਆ। ਹਾਂਜੀ। 22 ਸਾਲ ਦਾ ਮੁੰਡਾ ਹੁਣ ਘਰ ਦੇ ਵਿੱਚ ਜ਼ਿਆਦਾ ਸਮਾਂ ਵਾਪਨ ਕਰਕੇ। ਹਾਂਜੀ। ਮਤਲਬ ਫਾਦਰ ਕਹਿ ਰਿਹਾ ਵੀ ਮੈਂ ਤਾਂ ਬਹੁਤ ਮਤਲਬ ਪੋਲਾਈਟ ਚੱਲ ਰਿਹਾ, ਪਰ ਉਹ ਮੈਨੂੰ ਹੁਣ ਜਿਹੜਾ ਲਗਾਤਾਰ ਜੇ ਕੋਈ ਮੈਂ ਉਹਨੂੰ ਸਵਾਲ ਵੀ ਕਰ ਦਿੰਦਾ ਉਸ ਨੂੰ ਕਹੇ ਵੀ ਤੂੰ ਮੈਨੂੰ ਜਾਣਬੁੱਝ ਕੇ ਕਹਿ ਰਿਹਾ ਸਾਰਾ ਕੁਝ। ਮਤਲਬ ਉਹ ਕੰਟਰਾਡਿਕਸ਼ਨ ਵਾਲੇ ਪਾਸੇ ਨੂੰ ਚਲਿਆ ਜਾਂਦਾ ਹੈਗਾ। ਤੇ ਕਈ ਵਾਰ ਫਿਰ ਉਹ ਆਪਦੇ ਕੰਮ ਤੇ ਵੀ ਨਹੀਂ ਜਾਂਦਾ ਵੀ ਮੇਰੇ ਡੈਡੀ ਨੇ ਅੱਜ ਮੈਨੂੰ ਆਹ ਕੁਝ ਬੋਲਿਆ ਹੈਗਾ। ਇਹੀ ਸਮੱਸਿਆਵਾਂ ਸਾਡੇ ਇੱਥੇ ਹੈਗੀਆਂ ਨੇਗੀਆਂ, ਕਿਉਂਕਿ ਜਿਹੜੇ ਟੀਨੇਜਰ 19 ਤੱਕ ਤਾਂ ਇਮੋਸ਼ਨਸ ਭਾਰੂ ਹੁੰਦੀਆਂ, ਜਿਹਨੂੰ ਸਟੋਰਮੀ ਏਜ ਕਹਿੰਦੇ ਆਪਾਂ। ਅੱਛਾ ਜੀ। ਇਹ ਸਟੋਰਮੀ ਏਜ ਹੈਗੀ। ਇਹਦੇ 'ਚ ਲੌਜਿਕ ਦੇ ਉੱਪਰ ਇਮੋਸ਼ਨਸ ਭਾਰੂ ਹੁੰਦੀਆਂ ਨੇਗੀਆਂ। ਹਾਂਜੀ। ਤੇ ਜਿਹਦੇ 'ਚ ਇਮੋਸ਼ਨਲ ਜ਼ਿਆਦਾ ਹੁੰਦੇ ਆ, ਛੇਤੀ ਗੁੱਸੇ 'ਚ ਆ ਜਾਣਾ, ਛੇਤੀ ਡਰ ਜਾਣਾ, ਛੇਤੀ ਕੰਪਰੋਮਾਈਜ਼ ਕਰ ਲੈਣਾ, ਇਹ ਇਹਨਾਂ ਦੇ ਵਿੱਚ ਹੁੰਦਾ ਹੈਗਾ। ਇਹਨਾਂ ਦੇ ਵਿੱਚ ਫਰੈਂਡਸ਼ਿਪ ਦੀ ਭਾਵਨਾ ਬੜੀ ਤੇਜ਼ ਹੁੰਦੀ ਹੈ ਇਸ ਉਮਰ ਦੇ ਵਿੱਚ। ਮਤਲਬ ਆਪਣੇ ਦੋਸਤਾਂ ਨੂੰ ਮਿਲਣਾ ਬਹੁਤ ਪਸੰਦ ਕਰਦੇ ਹੈਗੇ ਆ, ਲੰਬਾ ਸਮਾਂ ਉਹਦੇ ਨਾਲ ਗੁਜ਼ਾਰਨਾ ਪਸੰਦ ਕਰਦੇ ਆ। ਹੁਣ ਜਿਹੜਾ ਕੋਵਿਡ ਕਰਕੇ ਘਟਨਾ ਵਾਪਰੀ ਹੈ ਵੀ ਉਹਨਾਂ ਦਾ ਇਹ ਸਾਰੇ ਚਾਂਸ ਘਟੇ ਹੈ। ਹਾਂਜੀ। ਉਹਨਾਂ ਦਾ ਐਕਸਪੋਜ਼ਰ ਘਟ ਗਿਆ। ਹਾਂਜੀ। ਤੇ ਉਹ ਐਕਸਪੋਜ਼ਰ ਕਿੱਥੇ ਰਹਿ ਗਿਆ? ਘਰ ਤੱਕ ਸੀਮਤ ਹੋ ਕੇ ਰਹਿ ਗਿਆ, ਜਿਹਦੇ ਕਰਕੇ ਉੱਥੇ ਇੱਕ ਵੱਡੀ ਇਹ ਪ੍ਰੋਬਲਮ ਆ ਰਹੀ ਹੈ ਕਿ ਉਹ ਫਿਰ ਇਸ ਤੇ ਮਤਲਬ ਉਹਨਾਂ ਤੇ ਇੱਕ ਦਬਾਅ ਬਣ ਰਿਹਾ ਹੈ ਉੱਤੇ ਆ ਕੇ ਵਿਰੋਧ ਦਾ। ਡਾਕਟਰ ਸਾਹਿਬ, ਮੈਨੂੰ ਇਹ ਲੱਗਦਾ ਕਿ ਜੇ ਮੈਂ ਥੋੜਾ ਇਹਦੇ ਬਾਰੇ ਸੋਚਿਆ ਜਦ ਰਿਸਰਚ ਕੀਤੀ ਕਿ ਇਨਫਲੋ ਐਂਡ ਆਊਟਫਲੋ ਆਫ ਦਾ ਇਮੋਸ਼ਨਸ, ਇਨਫਲੋ ਐਂਡ ਆਊਟਫਲੋ ਆਫ ਦਾ ਇਨਫੋਰਮੇਸ਼ਨ, ਦੋਨਾਂ ਚੀਜ਼ਾਂ ਨੂੰ ਆਪਾਂ ਗੱਲ ਕਰੀਏ। ਹਾਂਜੀ ਹਾਂਜੀ। ਸੋ ਐਸ ਜੋ ਟੀਨੇਜਰ ਜਿਹੜੇ ਹੁੰਦੇ ਨੇ ਉਹਨਾਂ ਕੋਲ ਬਹੁਤ ਜ਼ਿਆਦਾ ਇਨਫਲੋ ਹੁੰਦੀ ਆ ਆਪਣਾ ਇਮੋਸ਼ਨਸ ਦੀ ਵੀ ਤੇ ਇਨਫੋਰਮੇਸ਼ਨ ਦੀ ਵੀ। ਸੋ ਪਰ ਉਹਨਾਂ ਨੂੰ ਜੇ ਉਹ ਹੁਣ ਆਪਾਂ ਭਰਦੇ ਰਹਾਂਗੇ ਕਿਸੇ ਚੀਜ਼ ਵਿੱਚ, ਭਰਦੇ ਰਹਾਂਗੇ, ਕਦੇ ਉਹਨੂੰ ਭਰ ਜਾਏਗੀ, ਉਹ ਕਦੇ ਨਾ ਫੁੱਲ ਹੋ ਜਾਏਗੀ। ਸੋ ਉਹਨਾਂ ਨੂੰ ਕੱਢਣਾ ਬਹੁਤ ਇੰਪੋਰਟੈਂਟ ਹੁੰਦਾ ਹੈਗਾ। ਸ਼ਾਇਦ ਤਾਂ ਹੀ ਉਹ ਦੋਸਤਾਂ ਨੂੰ ਜਾ ਕੇ ਆਪਣੇ ਇਮੋਸ਼ਨਸ ਨੂੰ ਕੱਢਦੇ ਨੇ। ਇੱਕ ਗੱਲ ਤਾਂ ਬੜੀ ਸਾਫ਼ ਹੈਗੀ, ਇਮੋਸ਼ਨ ਜਿਹੜੀ ਆ ਉਹ ਤਾਂ ਐਕਸਪੋਜ਼ ਹੋਣੀ ਹੁੰਦੀ ਹੈ। ਹਾਂਜੀ। ਉਹਨੂੰ ਤੁਸੀਂ ਦਬਾ ਨਹੀਂ ਸਕਦੇ ਹੈਗੇ, ਕਿਉਂਕਿ ਜੇ ਤੁਸੀਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੀਆਂ ਦੂਸਰੀਆਂ ਪ੍ਰੋਬਲਮ ਜਿਹੜੀਆਂ ਮੈਂਟਲ ਸਿਕਨੈਸ ਦੀਆਂ ਪ੍ਰੋਬਲਮਾਂ ਆਉਣਗੀਆਂ। ਐਕਸਪੋਜ਼ ਤਾਂ ਉਹ ਕਰਨਾ ਹੈ। ਹਾਂਜੀ। ਹੁਣ ਜਿਹੜੀ ਜਿਵੇਂ ਆਪਾਂ ਕਹਿੰਦੇ ਉਹਨਾਂ ਦੀ ਇਨਫੋਰਮੇਸ਼ਨ ਉਹਨਾਂ ਕੋਲ ਬਹੁਤ ਆ ਜਾਂਦੀ ਹੈ। ਹਾਂਜੀ। ਪਰ ਜਿਹੜਾ ਐਨਾਲਾਈਜ਼ ਕਰਨਾ ਹੈਗਾ ਉਹ ਨਹੀਂ ਕਰ ਪਾਉਂਦੇ ਸਹੀ। ਜਿਹੜਾ ਲੌਜੀਕਲ ਐਨਾਲਾਈਜ਼ ਕਰਨਾ ਹੈ ਉਹ ਉਹਨਾਂ ਦੀ ਸਮਰੱਥਾ ਨਹੀਂ ਹੈਗੀ। ਹਾਂਜੀ। ਜਿੱਥੇ ਪ੍ਰੋਬਲਮ ਮੇਨ ਆਉਂਦੀ ਹੈਗੀ ਹੈ। ਇਸ ਕਰਕੇ ਇਹ ਸਮੱਸਿਆਵਾਂ ਜਿਹੜੀਆਂ ਕੋਵਿਡ ਕਰਕੇ ਘਰਾਂ ਦੇ ਵਿੱਚ ਜ਼ਿਆਦਾ ਆਈਆਂ ਨੇਗੀਆਂ। ਤੇ ਨਾਲ ਹੀ ਮਤਲਬ ਜਿਹੜਾ ਮਤਲਬ ਆਪਾਂ ਜਿਹਨੂੰ ਆਪਾਂ ਉਹਦੇ 'ਚ ਡਿਸਪਿਊਟਸ ਆ ਗਿਆ, ਮੀਆਂ ਬੀਵੀ ਦੇ ਝਗੜੇ, ਉਹ ਹੁਣ ਵਧਣ ਦੇ ਪਿੱਛੇ ਕਾਰਨ ਕੀ ਹੈ? ਨੈਚੁਰਲੀ ਜੇ ਤਾਂ ਅਸੀਂ ਜਾਈਏ ਬਾਇਓਲੋਜੀਕਲੀ, ਹਾਂਜੀ, ਮਨੁੱਖ ਕਿਸੇ ਇੱਕ ਤੱਕ ਸੀਮਤ ਨਹੀਂ ਹੈਗਾ। ਹਾਂਜੀ। ਉਹ ਹਮੇਸ਼ਾ ਹੀ ਪਲੇਟ ਕਰਦਾ ਹੈ। ਬਿਲਕੁਲ। ਭਾਵਨਾ ਦੇ ਵਿੱਚ ਤਾਂ ਉਹਦੇ ਬਹੁਤ ਕੁਝ ਪਿਆ ਵੀ ਉਹ ਮੈਂ ਫਲਾਣੇ ਥਾਂ ਰਿਲੇਸ਼ਨ ਬਣਾ ਲਾਂ, ਫਲਾਣੇ ਥਾਂ ਰਿਲੇਸ਼ਨ ਬਣਾ ਲਾਂ। ਇਹ ਦੋਨਾਂ ਤਰ੍ਹਾਂ 'ਚ ਹੀ ਹੁੰਦਾ ਇਹ। ਹਾਂਜੀ। ਪਰ ਸੁਸਾਇਟੀ ਨੇ ਸਾਡੇ ਤੇ ਇੱਕ ਜ਼ਾਬਤੇ ਲਾਤੇ ਹੈ। ਸੁਸਾਇਟੀ ਨੇ ਇੱਕ ਨਿਯਮ ਸੈੱਟ ਕਰਤੇ ਸਾਡੇ ਵਾਸਤੇ, ਸੁਸਾਇਟੀ ਨੂੰ ਪੀਸਫੁਲ ਰੱਖਣ ਦੇ ਲਈ, ਸੁਸਾਇਟੀ ਨੂੰ ਮਤਲਬ ਬਕਾਇਦਾ ਤੌਰ ਤੇ ਇੱਕ ਵੱਧਵੇਂ ਨਿਯਮਾਂ 'ਚ ਰੱਖਣ ਲਈ। ਹਾਂ, ਬਿਕੋਜ਼ ਤਾਂ ਹੀ ਅਸੀਂ ਕਹਿੰਦੇ ਹਾਂ ਵੀ ਜੇ ਅਸੀਂ ਸਿਵਲਾਈਜ਼ਡ ਹੈ, ਅਸੀਂ ਸਿਵਲਾਈਜ਼ਡ ਹੈ ਨਾ, ਅਸੀਂ ਸਿਵਿਕ ਜਿਹੜੀਆਂ ਨੋਰਮਸ ਨੇ ਉਹਨਾਂ ਵਿੱਚ ਰਹਿਣਾ ਹੁੰਦਾ ਹੈ। ਲੇਕਿਨ ਉਹ ਨੋਰਮਸ ਹੈ ਤਾਂ ਰਿਸਟ੍ਰਿਕਸ਼ਨਸ ਨੇ ਨਾ। ਬਿਲਕੁਲ। ਉਹ ਜਿਵੇਂ ਹੁਣ ਆਪਾਂ ਕਬਾਇਲੀ ਲਾਈਫ ਦੀ ਗੱਲ ਕਰਦੇ ਹਾਂ, ਕਬੀਲਿਆਂ ਵਿੱਚ ਜਾ ਕੇ ਟ੍ਰਾਈਬਸ ਹੈਗੇ ਆ, ਉਹਨਾਂ ਦੇ ਵਿੱਚ ਕੀ ਹੈਗਾ ਤੁਸੀਂ ਦੇਖੋ ਜਾ ਕੇ ਉਹਨਾਂ ਦੇ ਨਿਯਮ ਓਨੇ ਸਖਤ ਨਹੀਂ ਜਿੰਨੇ ਸਾਡੇ ਘਰਾਂ 'ਚ ਆ ਜਾਂਦੇ ਆ, ਕਿਉਂਕਿ ਸਿਵਲਾਈਜ਼ਡ ਹੋ ਜਾਂਦੇ ਅਸੀਂ। ਹਾਂਜੀ। ਉਹਨਾਂ 'ਚ ਬਹੁਤ ਸਾਰਿਆਂ ਦੀ ਖੁੱਲ੍ਹ ਹੈਗੀ। ਹਾਂਜੀ। ਉਹ ਕਿਵੇਂ ਰਹਿੰਦੇ, ਉਹਨਾਂ ਨੂੰ ਬਹੁਤਾ ਪ੍ਰਵਾਹ ਨਹੀਂ ਇੱਕ ਦੂਜੇ ਦੀ।
ਪਰ ਜਿਉਂ-ਜਿਉਂ ਸੋਸਾਇਟੀ ਸਿਵਲਾਈਜ਼ਡ ਹੋਈ ਆ, ਉਹ ਸਿਵਲਾਈਜ਼ ਕਿਉਂ ਹੋਈ ਹੈ ਕਿ ਕੁਝ ਅਸੀਂ ਬੰਦਸ਼ਾਂ ਲਾਤੀਆਂ ਉਹਦੇ ਤੇ। ਬੰਦਸ਼ਾਂ ਲੈਣ ਕਰਕੇ ਨੈਚੁਰਲੀ ਉਹ ਦਿਮਾਗ 'ਚ ਕਿਤੇ ਨਾ ਕਿਤੇ ਦਾ ਬਾਇਓਲੋਜੀਕਲੀ ਆਉਂਦਾ ਸਾਰਾ ਕੁਝ। ਹਾਂਜੀ, ਵੀ ਲਗਾਤਾਰ ਜਦੋਂ ਅਸੀਂ ਕਿਸੇ ਨੂੰ ਟਾਕ ਕਰਦੇ ਹਾਂ, ਫੈਡ ਅਪ ਹੁੰਦੇ ਆਂਗੇ, ਉਹ ਇੰਟਰਸਟ ਘਟ ਜਾਂਦਾ ਉਹਦੇ ਵਿੱਚੋਂ, ਤੇ ਜਿਹਦੇ ਨਾਲ ਇੰਟਰਸਟ ਘਟਣ ਕਰਕੇ ਨਵੀਆਂ ਪ੍ਰੋਬਲਮਾਂ ਕ੍ਰੀਏਟ ਹੋ ਜਾਂਦੀਆਂ ਨੇਗੀਆਂ। ਹਾਂਜੀ, ਕਿਉਂਕਿ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਲਵ ਫੇਅਰ ਨੂੰ ਅਸੀਂ ਕਦੇ ਵੀ ਮੈਰਿਜ ਲਾਈਫ 'ਚ ਨਹੀਂ ਲਿਆ ਸਕਦੇ। ਲਵ ਫੇਅਰ ਮੈਰਿਜ ਤੋਂ ਪਹਿਲਾਂ ਹੈ। ਹਾਂਜੀ, ਜਦੋਂ ਮੈਰਿਜ ਹੋ ਗਈ, ਲਵ ਫੇਅਰ ਐਂਡ ਹੋ ਜਾਂਦਾ ਉੱਥੇ ਦੇ ਆ ਕੇ। ਫਿਰ ਤਾਂ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਲਾਈਫ ਦੀ। ਉਹ ਰਿਸਪੌਂਸਿਬਿਲਟੀ ਜਿਹੜੀ ਹੈਗੀ ਹੈ, ਜੇ ਤਾਂ ਅਸੀਂ ਉਹਨੂੰ ਨਿਭਾਉਂਦੇ ਹੈਗੇ ਆ, ਫਿਰ ਤਾਂ ਲਾਈਫ ਠੀਕ ਹੋ ਜਾਂਦੀ ਹੈ। ਪਰ ਜੇ ਅਸੀਂ ਆਸ ਰੱਖਦੇ ਹਾਂ ਵੀ ਉਹ ਲਵ ਫੇਅਰ ਵਾਂਗੂ ਵਿਚਰੇ, ਦੈਟ ਨਾਟ ਪੋਸੀਬਲ। ਬਿਲਕੁਲ ਡਾਕਟਰ ਸਾਹਿਬ, ਅੱਜ ਜੋ ਮੈਂ ਇਸ ਥੋੜਾ ਜਿਹਾ ਗੱਲ ਕਰਨਾ ਚਾਹੁੰਦਾ ਹੈਗਾ, ਉਹ OCD ਬਾਰੇ ਵੀ ਗੱਲ ਕਰਨਾ ਚਾਹੁੰਦਾ ਹੈਗਾ, ਖਾਸ ਕਰ ਟੀਨੇਜਰਸ ਦੇ ਵਿੱਚ। ਹਾਂਜੀ ਹਾਂਜੀ, ਕਿਉਂਕਿ ਸ਼ਾਇਦ ਆਪਣੀ ਕਮਿਊਨਿਟੀ ਦੇ ਵਿੱਚ OCD ਨੂੰ ਜਿਹੜੀ ਮਾਨਤਾ ਉਹ ਨਹੀਂ ਦਿੱਤੀ ਜਾਂਦੀ ਹੈਗੀ ਹੈ, ਸ਼ਾਇਦ ਉਹਨਾਂ ਨੂੰ ਇਹ ਜਾਂ ਸਮਝ ਨਹੀਂ ਹੈ। ਤੁਸੀਂ ਪੰਜਾਬੀ ਸੋਸਾਇਟੀ ਦੀ ਗੱਲ ਕਰ ਰਹੇ ਹੋ? ਹਾਂਜੀ ਬਿਲਕੁਲ ਬਿਲਕੁਲ। ਕਿ ਆਪਣੀ ਕਮਿਊਨਿਟੀ ਦੇ ਵਿੱਚ ਉਹਨਾਂ ਨੂੰ ਜੋ ਇੱਕ ਮਾਨਤਾ ਦੇਣੀ ਕਿ OCD ਨੂੰ ਇਟਸ ਹੈ, ਕਿਉਂਕਿ ਕੈਨੇਡੀਅਨ ਸੋਸਾਇਟੀ ਵਿੱਚ ਤਾਂ ਇਟਸ ਲਾਈਕ ਉਹ ਜਿਹੜੇ ਉਹਨਾਂ ਦਾ ਹੈਲਥ ਸਿਸਟਮ ਹੈ, ਜਿਹੜੇ ਡਾਕਟਰਸ ਨੇ ਜਾਂ ਥੈਰੇਪਿਸਟ ਨੇ ਜਾਂ ਟੀਚਰਸ ਨੇ, ਸਕੂਲ ਹੈ, ਐਜੂਕੇਸ਼ਨ ਸਿਸਟਮ ਹੈ, ਉਹਨਾਂ ਨੂੰ ਸਮਝ ਹੈ ਕਿ ਠੀਕ ਹੈ ਕਿ ਇਹ OCD ਕੀ ਚੀਜ਼ ਹੈ। ਲੇਕਿਨ ਆਪਾਂ ਜਿਹੜਾ ਇੱਕ OCD ਬੱਚਾ ਆ ਜਾਂਦਾ, ਉਹਦੇ 'ਚ ਬਹੁਤ ਉਹਨੂੰ ਸਮਝਣ ਨੂੰ ਦੇਰ ਲਾ ਦਿੰਦੇ ਆ ਉਸ ਚੀਜ਼ ਵਿੱਚ ਕਿ ਇਹ ਵਾਕਈ ਉਹਨੂੰ ਇਹ ਪ੍ਰੋਬਲਮ ਹੈ ਉਸ ਚੀਜ਼ ਦੀ। ਸੋ ਉਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਕਿ ਸਾਨੂੰ ਕੀ ਕਰਨਾ ਚਾਹੀਦਾ ਕਿ ਅਸੀਂ ਉਹਨੂੰ ਐਕਸੈਪਟ ਕਰੀਏ, ਸਾਡੇ ਸੁਸਾਇਟੀ ਨੂੰ ਕੀ ਨਾਰਮਸ ਹੋਣੇ ਚਾਹੀਦੇ ਨੇ ਕਿ ਕੀ ਉਹ ਵਾਕਈ ਉਹ ਕਦੋਂ ਦੇ ਕੀ ਸਿਗਨਲਸ ਕੀ ਹੁੰਦੇ ਨੇ, ਸਿੰਪਟਮਸ ਕੀ ਹੁੰਦੇ ਨੇ ਉਹਦੇ। ਦੇਖੋ, ਬੜੀ ਗੱਲ ਸਪਸ਼ਟ ਹੈ ਜਦੋਂ ਤੁਸੀਂ OCD ਲਫ਼ਜ਼ ਬੋਲਦੇ ਹੈਗੇ ਹੋ, ਵੱਖ-ਵੱਖ ਟਰਮਸ ਹੈਗੀਆਂ ਇਹ। ਹਾਂਜੀ, ਮਤਲਬ ਆਬਸੈਸਿਵ ਕੰਪਲਸਿਵ ਡਿਸਆਰਡਰ। ਹਾਂਜੀ, ਮਤਲਬ ਪੰਜਾਬੀ 'ਚ ਉਹਨੂੰ ਕਹਿੰਦੇ ਆ ਮਜਬੂਰੀ ਹਿੱਤ ਪਾਇਆ ਵਹਿਮ। ਅੱਛਾ ਜੀ। ਹੁਣ ਇਹ ਜਿਹੜਾ ਹੁਣ ਨਵਾਂ ਕੋਵਿਡ ਦਾ ਇੱਕ ਮਸਲਾ ਆਇਆ ਅੱਜ ਕੱਲ੍ਹ, ਬਾਰ-ਬਾਰ ਹੱਥ ਧੋਣ ਦੀ ਗੱਲ ਸਾਨੂੰ ਕਹੀ ਜਾ ਰਹੀ ਹੈ। ਹਾਂਜੀ, ਤੇ ਨੈਚੁਰਲੀ ਮਤਲਬ ਤੁਹਾਡੇ ਅੰਦਰ ਇੱਕ ਆ ਰਹੀ ਹੈ ਵੀ ਮੇਰੇ ਹੱਥਾਂ ਨੂੰ ਕੁਝ ਲੱਗਿਆ, ਮੇਰੇ ਹੱਥਾਂ ਨੂੰ ਕੁਝ ਲੱਗਿਆ, ਮੇਰੇ ਹੱਥਾਂ ਨੂੰ ਕੁਝ ਲੱਗਿਆ ਹੈਗਾ। OCD ਉਹ ਰੈਪੀਟੀਸ਼ਨ ਹੈ। ਠੀਕ, ਕਿਸੇ ਵੀ ਆਦਤ ਦਾ ਬਾਰ-ਬਾਰ ਰਿਪੀਟ ਕਰਨਾ OCD ਹੈ, ਐ ਸਮਝ ਲਓ ਵੀ ਉਹ ਫਿਰ ਇੱਕ ਇਹੀ ਜਿਹੀ ਆਦਤ ਬਣ ਜਾਂਦੀ ਹੈ ਵੀ ਜੇ ਉਹਨੂੰ ਉਹ ਕਰਦਾ ਨਹੀਂ ਹੈਗਾ ਤਾਂ ਉਹਦਾ ਸਟ੍ਰੈਸ ਫੀਲ ਕਰਦਾ ਹੈਗਾ। ਜਿਵੇਂ ਹੁਣ ਬਹੁਤ ਸਾਰੇ ਦੇਖਦੇ ਹਾਂ, ਇੱਕ ਖਾਸ ਤੌਰ ਤੇ ਜਿਹੜੇ ਪਰਿਵਾਰਾਂ 'ਚ ਪਵਿੱਤਰਤਾ ਦਾ ਅਹਿਸਾਸ ਹੈ, ਸੇਕਰਡਨੈਸ ਜਿਹੇ ਕਹਿੰਦੇ ਆਪਾਂ, ਵੀ ਸੁੱਚ ਕਹਿ ਦਈਏ, ਪੰਜਾਬੀ 'ਚ ਸੁੱਚ ਕਹਿ ਦਿੰਦੇ ਆ ਵੀ ਜੇ ਆਪਾਂ ਮਤਲਬ ਹਾਂ ਰਸੋਈ 'ਚ ਜਾਣਾ ਹੈਗਾ ਤਾਂ ਤੁਸੀਂ ਨਹਾਤੇ ਹੋਣੇ ਚਾਹੀਦੇ ਹੋਗੇ, ਜਾਂ ਜੇ ਲੇਡੀਜ਼ ਨੂੰ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਮੈਸੇਜ ਦੀ ਆਈ ਹੈਗੀ ਆ ਤਾਂ ਉਹ ਰਸੋਈ 'ਚ ਨਾ ਜਾਵੇ। ਹੁਣ ਇਹ ਪ੍ਰੋਬਲਮਾਂ ਜਿਹੜੀਆਂ ਕਈ ਵਾਰ ਸੁੱਚ ਦੀਆਂ ਪ੍ਰੋਬਲਮਾਂ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੰਦੀਆਂ, ਉਸ ਦੀਆਂ ਆਦਤਾਂ ਬਣਾ ਦਿੰਦੀਆਂ ਨੇ ਸਾਡੇ ਅੰਦਰ। ਬਲਵਿੰਦਰ ਜੀ, ਆਪਣਾ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ, ਸੋ ਆਪਾਂ ਇਸ ਗੱਲ ਨੂੰ ਕੰਟੀਨਿਊ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਦਰਸ਼ਕੋ ਕਿਤੋਂ ਨਾ ਜਾਇਓ, ਅਸੀਂ ਆ ਰਹੇ ਹਾਂ ਬ੍ਰੇਕ ਤੋਂ ਬਾਅਦ। ਦਰਸ਼ਕੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸੋ ਮੇਰੇ ਨਾਲ ਨੇ ਡਾਕਟਰ ਬਲਵਿੰਦਰ ਬਰਨਾਲਾ ਜੀ। ਸੋ ਆਪਾਂ ਗੱਲ ਕਰ ਰਹੇ ਸੀ ਅੱਜ ਸਾਡੀ ਸੁਸਾਇਟੀ ਵਿੱਚ OCD ਜਿਹੜੀ ਬੱਚਿਆਂ ਵਿੱਚ ਪਾਈ ਜਾਂਦੀ ਹੈ, ਉਹਨਾਂ ਬਾਰੇ ਡੇਟ ਆਪਾਂ ਗੱਲ ਕਰ ਰਹੇ ਸੀ। ਹਾਂਜੀ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ OCD ਬਾਰੇ। ਸੋ ਤੁਸੀਂ ਦੱਸ ਰਹੇ ਸੀ ਕਿ ਜਿਹੜੀ ਆਪਣੇ ਸੁੱਚਮ ਦਾ ਆਪਣਾ ਇੱਕ ਖਾਸ ਤੌਰ ਤੇ ਪਵਿੱਤਰਤਾ ਦਾ ਅਹਿਸਾਸ ਜਿਹਦੇ ਜ਼ਿਆਦਾ ਹੋਵੇ, ਹਾਂਜੀ, ਵੀ ਸਫਾਈ ਰੱਖਣ ਦੀ ਪ੍ਰੇਰਨਾ ਬਾਰ-ਬਾਰ ਹੁੰਦੀ ਹੋਵੇ, ਹਾਂਜੀ, ਉੱਥੇ ਕਈ ਵਾਰ ਕੀ ਹੈ ਬੱਚਿਆਂ ਦੇ ਦਿਮਾਗ 'ਚੋਂ ਚਲੀ ਜਾਂਦੀ ਹੈ। ਹਾਂਜੀ, ਜੋ ਫਿਕਸ ਹੋ ਗਈ ਹੈਗੀ, ਹਾਂਜੀ, ਉਹਦੀ ਫਿਰ ਆਦਤ ਜ਼ਿਆਦਾ ਪਾ ਦਿੰਦੇ ਕਈ ਵਾਰੀ। ਹਾਂਜੀ, ਤੇ ਕਈ ਵਾਰ ਇਹ ਜਿਹੜੇ ਇਸ ਤਰ੍ਹਾਂ ਦੇ ਬੱਚਿਆਂ ਦੇ ਅੰਦਰ, ਜਿਵੇਂ ਮੈਂ ਇੱਕ ਉਦਾਹਰਨ ਦੇ ਸਕਦਾ ਇੰਡੀਆ 'ਚੋਂ ਲੈ ਕੇ, ਬੱਚਾ 6ਵੀਂ 'ਚ ਪੜ੍ਹਦਾ ਹੈਗਾ। ਹਾਂਜੀ, ਪੜ੍ਹਦਾ ਬੱਚਾ ਜਿਹੜਾ ਹੈਗਾ, ਜਦੋਂ ਸਕੂਲ 'ਚ ਛੁੱਟੀ ਹੁੰਦੀ ਹੈ ਤਾਂ ਉਸ ਸਮੇਂ ਡੈੱਡ ਬੋਡੀ ਸਕੂਲ ਦੇ ਮੂਹਰ ਦੀ ਲੈ ਕੇ ਜਾ ਰਹੇ ਨੇ ਸ਼ਮਸ਼ਾਨ ਘਾਟ ਨੂੰ। ਓਕੇ, ਬੱਚੇ ਅੰਦਰ ਫੀਅਰ ਹੈ ਮੌਤ ਦਾ, ਤੇ ਉਹ ਡੈੱਡ ਬੋਡੀ ਤੋਂ ਡਰ ਰਿਹਾ ਹੈਗਾ। ਉਹ ਉਸੇ ਸਟ੍ਰੈਸ 'ਚ ਉਹਨੂੰ ਇਹ ਲੱਗਿਆ ਵੀ ਮੇਰਾ ਡੈੱਡ ਬੋਡੀ ਨੂੰ ਹੱਥ ਲੱਗ ਗਿਆ। ਹੁਣ ਜਦੋਂ ਉਹ ਘਰੇ ਜਾਂਦਾ ਹੈ ਤਾਂ ਘਰੇ ਜਾ ਕੇ ਉਹ ਹੱਥ ਧੋਂਦਾ ਆਪਣੇ। ਹਾਂਜੀ, ਉਹਦੇ ਦਿਮਾਗ ਜਦੋਂ ਵੀ ਉਹ ਡੈੱਡ ਬੋਡੀ ਦਾ ਮਤਲਬ ਆਉਂਦਾ ਹੈ ਤਾਂ ਹੱਥ ਹੋਈ ਜਾਂਦਾ, ਬਾਰ-ਬਾਰ ਹੱਥ ਹੋਈ ਜਾਂਦਾ। ਹਾਂਜੀ ਹਾਂਜੀ, ਉਹ ਵਿਜ਼ੂਅਲਾਈਜ਼ ਕਰਦਾ ਉਸ ਚੀਜ਼ ਨੂੰ ਕਿ ਸ਼ਾਇਦ ਮੇਰਾ ਹੱਥ ਲੱਗਿਆ ਸੀਗਾ ਐਂਡ ਉਹ ਆਈ ਹੈਵ ਟੂ ਕਲੀਨ ਇਟ। ਪ੍ਰੈਸ਼ਰ ਆ ਉਹਦੇ ਬ੍ਰੇਨ 'ਤੇ, ਬਾਰ-ਬਾਰ ਹੱਥ ਧੋਣ ਦਾ ਬਣੀ ਜਾਂਦਾ। ਹਾਂਜੀ, ਹੁਣ ਜਦੋਂ ਇੱਕ ਸਟੇਜ ਇਹ ਚਲਦੀ ਮਾਪੇ ਦੇ ਨੋਟਿਸ 'ਚ ਆਉਂਦੀ ਹੈਗੀ, ਪਰ ਉਹ ਦੂਜੇ ਰੋਟ ਲੈ ਲੈਂਦੇ ਆ ਵੀ ਬੱਚਾ ਬੜਾ ਸਾਡਾ ਸਾਫ਼ ਸੁਥਰਾ ਰਹਿੰਦਾ, ਬੜੇ ਹੱਥ ਧੋਂਦਾ ਹੈ, ਤਾਂ ਬਹੁਤ ਸਫਾਈ ਪਸੰਦ ਹੈਗਾ। ਇਹ ਗੱਲਾਂ ਜਦੋਂ ਉਹਨੂੰ ਬਾਰ-ਬਾਰ ਰਿਪੀਟ ਕਰਦੇ, ਉਸੇ ਗੱਲ ਨੂੰ ਬੂਸਟ ਹੋ ਰਿਹਾ ਹੁੰਦਾ, ਉਹ ਰੈਪੀਟੀਸ਼ਨ ਉਹਦੀ ਹੋਰ ਬੂਸਟ ਹੋ ਰਹੀ ਹੁੰਦੀ ਹੈਗੀ। ਹੁਣ ਉਹ ਜਾ ਕੇ 11ਵੀਂ ਚਲਿਆ ਜਾਂਦਾ, ਜਿਹਨੂੰ ਆਪਾਂ ਉਦੋਂ ਪ੍ਰੈਪ ਹੁੰਦੀ ਸੀ, ਹੁਣ ਤਾਂ ਚਲ ਆਪਾਂ +2 ਕਹਿਣ ਲੱਗ ਗਏ ਹਾਂ। ਤੇ +2 ਜਾ ਕੇ ਮੈਡੀਕਲ ਗਰੁੱਪ ਦਾ ਸਟੂਡੈਂਟ ਹੈਗਾ। ਉਹਨੂੰ ਇਹ ਅਹਿਸਾਸ ਹੋ ਗਿਆ ਵੀ ਮਤਲਬ ਜਿਹੜੇ ਕੀਟਾਣੂਆਂ ਦੀ ਗਿਣਤੀ ਬਹੁਤ ਹੁੰਦੀ ਹੈ, ਵੀ ਹਰ ਕੁੰਡੇ ਤੇ ਹਰ ਚੀਜ਼ ਤੇ, ਜਿਵੇਂ ਆਪਾਂ ਅੱਜ ਕੋਵਿਡ 'ਚ ਦੇਖ ਰਹੇ ਹਾਂ ਸਾਰਾ, ਵੀ ਜਿੱਥੇ ਆਪਾਂ ਟੱਚ ਕਰਦੇ ਹੈਗੇ ਆ ਉੱਥੋਂ ਤੁਹਾਨੂੰ ਮਤਲਬ ਕੋਈ ਵੀ ਵਾਇਰਸ ਆ ਸਕਦਾ ਹੈਗਾ। ਹਾਂਜੀ,
ਉਹ ਦਿਮਾਗ 'ਚ ਉਹਦੇ ਕਲੀਅਰ ਹੋਣ ਜ਼ਿਆਦਾ ਹੋਣ ਲੱਗ ਗਿਆ। ਹਾਂਜੀ। ਤੇ ਉਹਦੇ ਹੱਥ ਧੋਣ ਦੀ ਜਿਹੜੀ ਪ੍ਰਵਿਰਤੀ ਹੋਰ ਜਸਟੀਫਾਈ ਹੋ ਗਈ ਵੀ ਮੈਂ ਠੀਕ ਧੋ ਰਿਹਾ ਗਾ। ਫਿਰ ਉਸਨੇ ਮਤਲਬ ਪੜ੍ਹਾਈ ਵਿੱਚ ਛੱਡ ਕੇ ਉਹਨੇ ਮਤਲਬ ਕੰਮ ਸ਼ੁਰੂ ਕਰ ਲਿਆ ਆਪਣਾ, ਵਪਾਰ ਦਾ ਕੋਈ ਕਾਰੋਬਾਰ ਸੀ, ਕੋਈ ਖਾਦ ਦਾ ਖੁਦਾਂ ਦੀਆਂ ਮਤਲਬ ਵੇਚਣ ਦਾ। ਤਾਂ ਉਸ ਤੋਂ ਬਾਅਦ ਕੀ ਆਉਣਾ, ਜਾ ਕੇ ਜੇ ਬੰਦਿਆਂ ਨੇ ਪੈਸੇ ਲੈ ਕੇ ਆਉਣੇ ਤਾਂ ਉਹਨੇ ਧੋ ਲੈਣਾ, ਪੈਸਿਆਂ ਨੂੰ ਧੋ ਕੇ ਸੁਕਾਉਣਾ, ਫਿਰ ਆ ਜਾ ਕੇ ਆਪਦੇ ਗੱਲੇ 'ਚ ਪਾਉਣੇ। ਦੈਟ ਇਜ਼ ਦ ਨੈਕਸਟ ਸਟੇਜ। ਉਹ ਇੱਕ ਅਗਲੀ ਸਟੇਜ ਸੀ ਉਹ। ਹੁਣ ਇਸ ਤਰ੍ਹਾਂ ਜਦੋਂ ਉਹ ਗਾਹਾਂ ਦੀ ਗਾਹਾਂ ਚੱਲੀ ਜਾਂਦਾ, ਫਿਰ ਇੱਕ ਸਟੇਜ ਇਹ ਆ ਗਈ ਵੀ ਉਹਨੂੰ ਨਹਾਉਣ ਦੀ ਆਦਤ ਇੰਨੀ ਜ਼ਿਆਦਾ ਵੱਧ ਚੁੱਕੀ ਸੀਗੀ ਤੇ ਘਰ ਦੇ ਵਿੱਚ ਉਦੋਂ ਨਲਕਾ ਸੀਗਾ, ਉਹ ਬਾਰ-ਬਾਰ ਉੱਥੇ ਨਹਾਈ ਜਾਣਾ ਤੇ ਉਹਦਾ ਹੱਥ ਇੱਥੋਂ ਮਤਲਬ ਇੰਨਾ ਜਿਵੇਂ ਅੱਟਣ ਮੋਟਾ ਹੋ ਗਿਆ ਸੀਗਾ, ਨਲਕਾ ਗੇੜ-ਗੇੜ ਕੇ। ਉਹਦੀ ਜਿੱਦ ਸੀ ਘਰਦਿਆਂ ਨੂੰ ਵੀ ਮੇਰੇ ਵਾਸਤੇ ਇਹ ਮੋਟਰ ਲਵਾ ਕੇ ਦੇਣ। ਘਰਦਿਆਂ ਦੇ ਮਨ 'ਚ ਇਹ ਸੀ ਮੋਟਰ ਲਵਾਤੀ, ਇਹਦਾ ਮੈਨੇ ਪਾਣੀ ਵੇਸਟ ਬਹੁਤ ਕਰ ਦੇਗਾ। ਸੋ OCD ਸਮੱਸਿਆ ਇਸ ਕਿਸਮ ਦੀ ਸਮੱਸਿਆ ਹੈ ਵੀ ਜੇ ਤੁਸੀਂ ਉਹਦਾ ਸਮੇਂ ਸਿਰ ਨੋਟਿਸ ਨਹੀਂ ਲੈਂਦੇ ਤੇ ਇਹ ਸਭ ਤੋਂ ਔਖਾ ਮਾਨਸਿਕ ਰੋਗ ਹੈ ਜਿਹਦਾ ਹੱਲ ਛੇਤੀ ਨਿਕਲਦਾ ਨਹੀਂ ਹੈਗਾ, ਕੋਈ ਮੈਡੀਸਿਨ ਦਾ ਹੱਲ ਨਹੀਂ ਹੈਗੀ। ਤੇ ਇਹਦਾ ਜੇ ਆਪਾਂ ਗੱਲ ਕਰੀਏ, ਤੁਸੀਂ ਐਜ਼ ਅ ਕਾਉਂਸਲਰ ਹੋ ਇਸ ਚੀਜ਼ ਦੇ, ਸੋ ਕੀ ਇਹਦੇ ਜਿਹੜੇ ਬੇਸਿਕ ਚੀਜ਼ ਨੇ, ਇਹਨੂੰ ਆਪਾਂ ਜਿਹੜਾ ਆਪਾਂ ਕਹੀਏ ਕਿ ਇਹਨੂੰ ਠੀਕ ਕਰਨ ਦੇ, ਜਾਂ ਕਹਿ ਸਕਦੇ ਬੇਸਿਕ ਜਿਹੜੀ ਇੱਕ ਦੋ ਚੀਜ਼ਾਂ ਹੁੰਦੀਆਂ ਨੇ ਜਿੱਥੋਂ ਉਹਨੂੰ ਆਪਾਂ ਰੋਕ ਸਕਦੇ ਹਾਂ, ਜਿੱਥੋਂ ਉਹਨੂੰ ਅੱਗੇ ਵਧਣ ਤੋਂ ਰੋਕ ਸਕਦੇ ਹਾਂ, ਉਹ ਤੁਸੀਂ ਕੁਝ? ਦੇਖੋ ਬੇਸਿਕ ਤਾਂ ਇਹ ਹੈ ਵੀ ਹੁਣ ਕਈ ਵਾਰ ਤਾਂ ਜਿਹੜੇ ਡਾਕਟਰਾਂ ਦੀਆਂ ਦੋ ਰਾਇਆਂ ਨੇਗੀਆਂ। ਹਾਂਜੀ। ਇੱਕ ਤਾਂ ਕਹਿੰਦੇ ਵੀ ਜੇ ਵਾਸ਼ਰੂਮ ਜਿਹੜੇ ਜਿੱਥੋਂ ਜਾਂਦਾ ਹੈ ਉਹਨੂੰ ਜ਼ਿਆਦਾ ਸਾਫ਼ ਰੱਖ ਲਓ। ਓਕੇ। ਇੱਕ ਕਹਿੰਦੇ ਸਾਫ਼ ਕਰੋ ਨਾ, ਵੀ ਉਹਨੂੰ ਆਦਤ ਪੈ ਜੇ ਉਸ 'ਚ ਰਹਿਣ ਦੀ। ਹਾਂਜੀ। ਉਹਨੂੰ ਪਤਾ ਲੱਗ ਜਾਏ ਵੀ ਇਹ ਕੋਈ ਚੀਜ਼ ਹੈ ਨਹੀਂ ਹੈ, ਕੋਈ ਚੀਜ਼ ਹੈ ਨਹੀਂ, ਵੀ ਹੌਲੀ ਹੌਲੀ ਉਹਨੂੰ ਅਹਿਸਾਸ ਹੋਣ ਲੱਗ ਜਾਏ ਵੀ ਉਹਦੇ 'ਚੋਂ ਉਹਦਾ ਧਿਆਨ ਹਟ ਜਾਏ ਵੀ ਤਾਂ ਕੁਝ ਨਹੀਂ ਹੈਗਾ। ਹਾਂਜੀ। ਮਤਲਬ ਇਸ ਤਰ੍ਹਾਂ ਦੀਆਂ ਥਿਊਰੀਆਂ ਤਾਂ ਕੰਮ ਕਰਦੀਆਂ ਇਹਦੇ ਵਿੱਚ। ਓਕੇ। ਪਰ ਸਭ ਤੋਂ ਵੱਧ ਜਿਹੜਾ ਲੋੜ ਹੈ ਉਹਨੂੰ ਬੇਹੱਦ ਸਵੀਅਰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਓਕੇ। ਵੀ ਉਹਦੀ ਮਤਲਬ ਹਰ ਹਫ਼ਤੇ ਜਾਂ 10 ਦਿਨਾਂ ਬਾਅਦ ਕਾਉਂਸਲਿੰਗ ਹੋਣੀ ਚਾਹੀਦੀ ਹੈ। ਹਾਂਜੀ। ਇਹ ਲੰਬਾ ਸਮਾਂ ਚੱਲ ਸਕਦੀ ਹੈ। ਓਕੇ। ਇਹ ਵੀ ਹੋ ਸਕਦਾ ਵੀ 6-6 ਮਹੀਨੇ ਕਾਉਂਸਲਿੰਗ ਚੱਲ ਜੇ ਉਹਦੀ। ਓਕੇ। ਉਹ ਚੇਂਜ ਕਰਦਾ ਆਪਣੇ ਆਪ ਨੂੰ। ਠੀਕ ਹੈ। ਫਿਰ ਉਹ ਆਪਣੇ ਆਪ ਹੌਲੀ ਚੇਂਜ ਕਰਦਾ, ਨਿਕਲਣ ਦੀ ਕੋਸ਼ਿਸ਼ ਕਰਦਾ ਹੈਗਾ। ਹਾਂਜੀ। ਕਿਉਂਕਿ ਹਰ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਗਲਤ ਹਾਂ ਇੱਥੇ, ਪਰ ਮੇਰੀ ਮਜਬੂਰੀ ਹੈ ਕਰਨਾ। ਉਹਦੀ ਉਹ ਮਜਬੂਰੀ ਹੁੰਦੀ ਹੈ, ਮਤਲਬ ਬ੍ਰੇਨ ਉਹਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੁੰਦਾ ਹੈਗਾ। ਤੇ ਮੈਂ ਡਾਕਟਰ ਸਾਹਿਬ, ਸਾਨੂੰ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਜਿਹੜੀ ਇਹ OCD ਦੀ ਪ੍ਰੋਬਲਮ ਹੈ ਉਹ ਬੱਚੇ ਦੀ ਮਜਬੂਰੀ ਹੁੰਦੀ ਹੈ, ਜਾਂ ਬੱਚੇ ਨੂੰ ਸਮਝਣਾ ਸਾਡਾ ਫਰਜ਼ ਬਣਦਾ ਹੈ, ਤਾਂ ਉਹਨੂੰ ਕਾਉਂਸਲਿੰਗ ਕਰਾਉਣਾ ਸਾਡਾ ਫਰਜ਼ ਬਣਦਾ ਹੈ। ਸੋ ਇਸ ਕਰਕੇ ਆਪਾਂ ਉਹਨੂੰ ਜੇ ਮੁੱਢਲੇ ਤੌਰ 'ਤੇ ਹੀ ਸਟਾਰਟਿੰਗ ਵਿੱਚ ਹੀ ਬਰਡ ਨੂੰ ਨਿਪ ਕਰ ਦਈਏ ਤਾਂ ਉਹ ਜ਼ਿਆਦਾ ਵਧੀਆ ਚੀਜ਼ ਰਹਿੰਦੀ ਹੈ। ਹਾਂ, ਨੈਚੁਰਲੀ ਜਦੋਂ ਆਪਾਂ ਉਹਦਾ ਮਾਈਂਡ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਬਚਪਨ ਦੇ ਵਿੱਚ ਹੀ, ਉਹ ਗੱਲਾਂ ਨੂੰ ਸਮਝਾ ਕੇ ਉਹ ਡਿਸਟਰੈਕਟ ਕਰਨਾ ਸੌਖਾ ਹੈ। ਠੀਕ। ਪਰ ਜੇ ਉਹ ਹੈਬਿਟ ਕਈ ਸਾਲ ਚੱਲ ਗਈ ਹੈ ਫਿਰ ਮੁਸ਼ਕਲ ਹੈ ਉਹਨੂੰ। ਮਤਲਬ ਅੱਜ ਦੂਜੀ ਵਾਰ ਆਪਾਂ ਜਿਹੜੀ ਦੂਜੀ ਗੱਲ ਕਰਨੀ ਚਾਹਾਂਗੇ ਉਹੀ ਕਿ ਡੋਮੈਸਟਿਕ ਵਾਇਲੈਂਸ ਦੀ, ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰ ਕੋਵਿਡ ਕਰਕੇ ਆਇਆ। ਹਾਂਜੀ ਹਾਂਜੀ। ਸੋ ਇਹ ਆਪਾਂ ਇਹ ਕਿਉਂ ਕੀਤਾ ਸੀ, ਵੀ ਕਿਉਂ ਆਇਆ, ਇਹ ਆਪਾਂ ਥੋੜ੍ਹੀ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਪ੍ਰੋਗਰਾਮ ਦੇ। ਅਤੇ ਮੈਂ ਇਹ ਚਾਹੁੰਦਾ ਕਿ ਤੁਸੀਂ ਇਹ ਦੱਸੋ ਕਿ ਜੇ ਇਹ ਆਇਆ ਹੈ ਤਾਂ ਸਾਨੂੰ ਕੀ ਉਹਦੇ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ, ਸਾਨੂੰ ਆਪਣੇ ਆਪ ਨੂੰ ਕਿੱਥੇ ਕਿਵੇਂ ਰੋਕਣਾ ਚਾਹੀਦਾ ਜਾਂ ਕਿਵੇਂ ਕਰਨਾ ਚਾਹੀਦਾ ਤਾਂ ਕਿ ਸਾਡੀ ਕਮਿਊਨਿਟੀ ਵਿੱਚ ਇਹ ਚੀਜ਼ ਨਾ ਵਧੇ। ਦੇਖੋ ਇਹ ਤਾਂ ਬੜੀ ਕਲੀਅਰ ਹੈਗੀ, ਆਪਾਂ ਇਸ ਬਾਰੇ ਬੜਾ ਮਤਲਬ ਹੈਲਥ ਡਿਪਾਰਟਮੈਂਟ ਨੇ ਕੈਨੇਡਾ ਦੇ ਵਿੱਚ ਵੀ ਬਹੁਤ ਇਹਦੇ ਬਾਰੇ ਦਿੱਤਾ ਹੈਗਾ। ਜਿਵੇਂ ਆਪਾਂ ਨੈਚੁਰਲੀ ਹੱਥ ਧੋਣ ਦੇ ਪਿੱਛੇ ਆਪਾਂ ਨੂੰ ਸਾਰਾ ਕਲੀਅਰ ਹੈ ਕਿ ਜੇ ਅਸੀਂ ਸਾਬਣ ਨਾਲ ਹੱਥ ਧੋਣੇ ਆ ਤਾਂ ਉਹਦੀ ਸਫਾਈ ਹੋ ਸਕਦੀ ਹੈ ਵਾਇਰਸ ਦੀ। ਹਾਂਜੀ ਹਾਂਜੀ ਹਾਂਜੀ। ਮੂੰਹ ਨੂੰ ਨਾ ਟੱਚ ਕਰਨ ਦਾ ਮਤਲਬ ਇੰਨਾ ਹੀ ਹੈਗਾ ਵੀ ਜਦੋਂ ਅਸੀਂ ਬੁੱਲ੍ਹਾਂ 'ਤੇ ਲਾਵਾਂਗੇ, ਕਿਸੇ ਚੀਜ਼ ਨੂੰ ਹੱਥ ਲਾਵਾਂਗੇ ਜਾਂ ਨੱਕ ਕੋਲੇ ਲਿਜਾਵਾਂਗੇ, ਵਾਇਰਸ ਜਿਹੜਾ ਹੈਗਾ 22,000 ਅੰਦਰ ਜਾ ਸਕਦਾ ਹੈ, ਕਿਉਂਕਿ ਹਵਾ ਦਾ ਪ੍ਰੈਸ਼ਰ ਹੈਗਾ। ਉਸ ਕਰਕੇ ਜਿਵੇਂ ਅੱਖਾਂ ਨੇਗੀਆਂ, ਅੱਖਾਂ 'ਤੇ ਜੇ ਵਾਇਰਸ ਤੁਹਾਡਾ ਐਂਟਰ ਕਰਦਾ ਹੈਗਾ, ਨੈਚੁਰਲੀ ਅੱਖਾਂ ਦੇ ਵਿੱਚੋਂ ਸਾਡੀਆਂ ਜਿਹੜੀਆਂ ਟੀਅਰ ਗਲੈਂਡਸ ਥੱਲੇ ਨੂੰ ਜਾ ਰਹੀਆਂ ਨੱਕ ਵੱਲ ਨੂੰ, ਉਹ 'ਚੋਂ ਟਰਾਂਸਫਰ ਕਰ ਸਕਦਾ ਹੈਗਾ। ਹਾਂਜੀ। ਇਹ ਤਾਂ ਸਿੰਪਲ ਹੈ ਵੀ ਇਹਨਾਂ ਗੱਲਾਂ ਨੂੰ ਧਿਆਨ ਰੱਖਣ ਦਾ ਜ਼ਰੂਰੀ ਹੈ ਬਹੁਤ ਜ਼ਿਆਦਾ। ਹਾਂਜੀ ਡਾਕਟਰ ਸਾਹਿਬ, ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਹੁਣ ਡੋਮੈਸਟਿਕ ਆਪਸ ਡਿਸਪਿਊਟ ਹੋ ਰਹੇ ਨੇ। ਹਾਂਜੀ ਹਾਂਜੀ। ਸਾਡਾ ਜਿਹੜਾ ਇੱਕ ਦੂਜੇ ਪ੍ਰਤੀ ਜਿਹੜਾ ਸੁਭਾਅ ਹੈ, ਇੱਕ ਹਸਬੈਂਡ ਵਾਈਫ ਦਾ ਜੇ ਆਪਾਂ ਲਾਈਏ ਹੈ। ਹਾਂਜੀ ਹਾਂਜੀ। ਸੋ ਉਹਨੂੰ ਅਸੀਂ ਕਿੱਦਾਂ ਕੋਰਡੀਅਲ ਮਾਹੌਲ ਬਣਾ ਕੇ ਰੱਖੀਏ ਇਸ ਮਾਹੌਲ ਦੇ ਵਿੱਚ? ਇੱਕ ਗੱਲ ਤਾਂ ਬੜੀ ਕਲੀਅਰ ਹੈਗੀ ਵੀ ਜਿਸ ਤਰ੍ਹਾਂ ਦੀ ਸੁਸਾਇਟੀ 'ਚ ਅਸੀਂ ਬੈਠੇ ਹਾਂ, ਮੈਂ ਇੱਥੋਂ ਦੀ ਗੱਲ ਕਰ ਰਿਹਾ ਹਾਂ। ਹਾਂਜੀ। ਇੱਥੇ ਡੋਮੀਨੇਸ਼ਨ ਨਹੀਂ ਚੱਲ ਸਕਦੀ। ਓਕੇ। ਵੀ ਕਿਸੇ ਇੱਕ ਮੇਲ ਦੀ ਜਾਂ ਫੀਮੇਲ ਦੀ ਡੋਮੀਨੇਸ਼ਨ ਜੇ ਚੱਲਦੀ ਹੈ, ਉਹ ਡੋਮੀਨੇਸ਼ਨ ਜਿਹੜੀ ਹੈ ਜਦੋਂ ਤਾਂ ਤੁਸੀਂ ਮੰਨ ਲਓ ਕਿਸੇ ਕੰਮ 'ਤੇ ਜਾਂਦੇ ਹੋ, ਸਮਾਂ ਉਦੋਂ ਫ੍ਰੀ ਹੋ ਜਾਂਦਾ ਬੰਦਾ। ਹਾਂਜੀ। ਪਰ ਜਦੋਂ ਤੁਸੀਂ ਘਰ 'ਚ ਹੀ ਬੈਠੇ ਹੋਗੇ, ਲਗਾਤਾਰ ਡੋਮੀਨੇਟ ਕਰ ਰਹੇ ਹੋਗੇ, ਤਾਂ ਉਹਦੇ 'ਚ ਇਰੀਟੇਸ਼ਨ ਪੈਦਾ ਹੁੰਦੀ ਹੈ। ਕਿਤੇ ਨਾ ਕਿਤੇ ਰਿਪਲਸ਼ਨ ਜਿਹੜੀ ਹੈ ਆ ਜਾਂਦੀ ਹੈ, ਚਾਹੇ ਉਹ ਫੀਮੇਲ ਹੈ ਚਾਹੇ ਮੇਲ ਹੈ। ਜੇ ਇੱਕ ਦੂਜੇ 'ਤੇ ਹਾਵੀ ਹੋਣ ਦੀ ਜਿਹੜੀ ਗੱਲ ਹੈਗੀ ਹੈ, ਉਹ ਫਿਰ ਉਹਨੂੰ ਨੁਕਸਾਨ ਜਾਂਦੀ ਹੈ। ਉੱਥੇ ਡਿਸਪਿਊਟ ਜ਼ਿਆਦਾ ਵੱਧਦਾ ਹੈਗਾ, ਉਹਨਾਂ 'ਚ ਆਪਣੇ ਇੰਟਰਸਟ ਘੱਟ ਜਾਂਦੇ ਹੈ। ਫਿਰ ਦੇਖੋ ਮੇਰੇ ਖਿਆਲ 'ਚ ਮੈਨੂੰ ਇਹ ਲੱਗਦਾ ਹੈ ਵੀ ਡਾਈਵੋਰਸ ਦੇ ਰੇਟ ਵੀ ਵਧੇ ਹੋਣਗੇ। ਯਾ ਬਿਲਕੁਲ ਉਹਦਾ ਫਰਕ ਪਿਆ ਜ਼ਰੂਰ। ਮੈਂ ਪੜ੍ਹ ਰਿਹਾ ਸੀ ਕਿਤੇ ਕਿ ਡਾਈਵੋਰਸ ਆਪਾਂ ਇਹ ਨਹੀਂ ਕਹਿ ਰਹੇ ਕਿ ਬਹੁਤ ਜ਼ਿਆਦਾ ਫਰਕ ਪਿਆ, ਲੇਕਿਨ ਕਿਉਂਕਿ ਹਜੇ ਜਿਹੜਾ ਟਾਈਮ ਹੈ, ਵਕਫਾ ਹੈ, ਉਹ
7-8 ਮਹੀਨੇ ਦੇ ਵਕਫੇ ਦੇ ਵਿੱਚ ਸੈਪਰੇਸ਼ਨ ਡਿਫਰੈਂਸਿਸ ਆਉਣੇ ਸ਼ੁਰੂ ਹੋ ਗਏ ਨੇ ਕਾਫੀ ਜ਼ਿਆਦਾ ਡੋਮੈਸਟਿਕ ਅਬਿਊਜ਼ਸ ਜਾਂ ਡੋਮੈਸਟਿਕ ਵਾਇਲੈਂਸ ਥੋੜਾ ਸ਼ੁਰੂ ਹੋਇਆ ਲੇਕਿਨ ਜੇ ਲੰਬਾ ਚੱਲੇਗਾ ਤਾਂ ਸ਼ਾਇਦ ਉਹਦਾ ਜਿਹੜਾ ਐਂਡ ਪੁਆਇੰਟ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਲੰਬਾ ਤਾਂ ਆਪਾਂ ਨੂੰ ਕਲੀਅਰ ਹੈ ਵੀ ਅਜੇ ਕੋਵਿਡ ਨੂੰ 5-7 ਮਹੀਨੇ ਤਾਂ ਜੇ ਐ ਸਮਝ ਲਓ ਆਪਾਂ ਮੰਨ ਕੇ ਚੱਲੋ ਹਾਂਜੀ ਉਸ ਤੋਂ ਬਾਅਦ ਦਵਾਈਆਂ ਜਦੋਂ ਤੱਕ ਡਿਸਟ੍ਰੀਬਿਊਟ ਹੋ ਗਿਆ ਉਹ ਤਾਂ ਲੰਬਾ ਪ੍ਰੋਸੈਸ ਹੈਗਾ ਹਾਂਜੀ ਮੇਰਾ ਇੱਥੇ ਕਹਿਣ ਦਾ ਮਤਲਬ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਹਾਂਜੀ ਕਿਵੇਂ ਬਚਿਆ ਜਾ ਸਕਦਾ ਵੀ ਉਹਦੇ 'ਚ ਇਹ ਵੀ ਜਿਹੜੀ ਰਿਸਪੌਂਸਿਬਿਲਿਟੀ ਹੈਗੀ ਹੈ ਜ਼ਿੰਮੇਵਾਰੀ ਦੀ ਭਾਵਨਾ ਨੂੰ ਸਮਝਣਾ ਵੀ ਦੂਸਰੇ ਦੀ ਜਿਹੜੀ ਮਤਲਬ ਆਪਣੇ ਰਾਈਟਸ ਨੇਗੇ ਜਿਹਨੂੰ ਅਸੀਂ ਹਿਊਮਨ ਰਾਈਟਸ ਕਹਿ ਦਈਏ ਜਿਹਦੇ ਵਿੱਚ ਸਾਡੀ ਗਰੋਥ ਦੇ ਰਾਈਟਸ ਹੈਗੇ ਜਾਂ ਮਤਲਬ ਆਪਾਂ ਕੋਈ ਖਾਣਾ ਹੈਗਾ ਆਪਣੀ ਇੱਛਾ ਮੁਤਾਬਕ ਹੈਗਾ ਜਾਂ ਅਸੀਂ ਕੋਈ ਮੂਵ ਕਰਨਾ ਹੈਗਾ ਜਾਂ ਉਸ ਤਰ੍ਹਾਂ ਦੇ ਜੇ ਅਸੀਂ ਉੱਥੇ ਕੰਪਰੋਮਾਈਜ਼ ਕਰਕੇ ਚੱਲਦੇ ਹਾਂ ਇੱਕ ਦੂਜੇ ਨਾਲ ਕੰਪਰੋਮਾਈਜ਼ ਕਰਦੇ ਹੈਗੇ ਆ ਫਿਰ ਇਹ ਡੋਮੈਸਟਿਕ ਓਨੀ ਨਹੀਂ ਜਾਊਗੀ ਓਕੇ ਪਰ ਜਦੋਂ ਅਸੀਂ ਕੰਪਰੋਮਾਈਜ਼ ਦੀ ਗੱਲ ਨੂੰ ਪਾਸੇ ਛੱਡ ਕੇ ਇੱਕ ਦੂਜੇ ਨੂੰ ਛੋਟਾ ਕਰਨ ਵਾਲੇ ਪਾਸੇ ਤੁਰਦੇ ਆਂਗੇ ਵੀ ਡੋਮੀਨੇਸ਼ਨ ਦਾ ਮਤਲਬ ਕੀ ਹੈ ਦੂਜੇ ਨੂੰ ਤੈਨੂੰ ਤਾਂ ਕੱਖ ਨਹੀਂ ਪਤਾ ਹੈਗਾ ਹਾਂਜੀ ਉਹਨੂੰ ਕਹੇ ਤੈਨੂੰ ਤਾਂ ਕੱਖ ਨਹੀਂ ਪਤਾ ਹੈਗਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹਦੇ ਚੋਂ ਮਾਈਨਸ ਕਰਨੀਆਂ ਪੈਣਗੀਆਂ ਵੀ ਨਹੀਂ ਜਿਵੇਂ ਮੈਂ ਹੈਰੀਸਨ ਦੀ ਉਦਾਹਰਨ ਦਿੱਤੀ ਸੀ ਪਹਿਲਾਂ ਵੀ ਵੀ ਸ਼ੁੱਡ ਨਾਟ ਥਿੰਕ ਲਾਈਕ ਦੈਟ ਆਈ ਐਮ ਰਾਈਟ ਆਲਵੇਜ਼ ਰਾਈਟ ਹਾਂਜੀ ਸਾਨੂੰ ਦੂਜੇ ਨੂੰ ਵੀ ਦੱਸਣਾ ਵੀ ਉਹਦੇ ਵੀ ਐਕਸਪੀਰੀਅੰਸ ਹੈ ਉਹਦੀ ਵੀ ਏਜ ਲੰਘੀ ਹੈਗੀ ਉਹਦੇ ਵੀ ਜੇ 30-34 ਸਾਲ ਲੰਘੇ ਹੈਗੇ ਆ ਉਹਨੇ ਐਕਸਪੀਰੀਅੰਸ ਕਾਊਂਟ ਕੀਤੇ ਆ ਉਹਨੇ ਵੀ ਮਤਲਬ ਫੇਸ ਕੀਤੀਆਂ ਪ੍ਰੋਬਲਮਸ ਉਹ ਚੋਂ ਲਰਨ ਕੀਤਾ ਉਹਨੇ ਕੁਝ ਹਾਂਜੀ ਯੂ ਕਾਂਟ ਸੇ ਦੈਟ ਯੂ ਆਰ ਮਤਲਬ ਟੋਟਲੀ ਰੋਂਗ ਬਿਲਕੁਲ ਤੇ ਇੱਥੇ ਜੇ ਕੰਸੈਂਸਸ ਹੋਣ ਲੱਗ ਜੇ ਵੀ ਨਹੀਂ ਉਹ ਵੀ ਠੀਕ ਹੈ ਮੈਂ ਵੀ ਠੀਕ ਹਾਂ ਜੇ ਰਿਸਪੌਂਸਿਬਿਲਿਟੀ ਤੇ ਕੰਸੈਂਸਸ ਤੇ ਗੱਲ ਚੱਲ ਜੇ ਡੋਮੈਸਟਿਕ ਜਿਹੜੀ ਬੈਲੈਂਸ ਹੈਗੀ ਹੈ ਘਟ ਸਕਦੀ ਹੈ ਓਕੇ ਤਾਂ ਤੁਹਾਡਾ ਕਹਿਣ ਦਾ ਭਾਵ ਹੈ ਕਿ ਜੇ ਅਸੀਂ ਇੱਕ ਦੂਜੇ ਦੀ ਭਾਵਨਾ ਦੀ ਰਿਸਪੈਕਟ ਕਰਨੀ ਸ਼ੁਰੂ ਕਰ ਦਈਏ ਜੇ ਅਸੀਂ ਇੱਕ ਦੂਜੇ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰ ਦਈਏ ਕਿ ਜੇ ਉਹਦਾ ਪੁਆਇੰਟ ਆਫ ਵਿਊ ਕੀ ਹੈ ਉਹ ਕੀ ਕਹਿਣਾ ਚਾਹੁੰਦੇ ਨੇ ਉਹ ਵੀ ਸਹੀ ਹੈ ਕਿ ਹੋ ਸਕਦਾ ਕਿ ਜੋ ਮੈਂ ਪ੍ਰੈਜ਼ੈਂਟ ਕਰ ਰਿਹਾ ਜਾਂ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਨਹੀਂ ਸਮਝ ਆ ਰਿਹਾ ਜਾਂ ਉਹ 50% ਸਹੀ ਹੈ 50% ਗਲਤ ਵੀ ਹੋ ਸਕਦਾ ਹੈਗਾ ਨਹੀਂ ਦੇਖੋ ਇਹ ਤਾਂ ਗੱਲ ਹਰ ਕਿਸੇ ਦੀ ਸਾਫ਼ ਹੈਗੀ ਡਿਫਰੈਂਸਿਸ ਆਫ ਓਪੀਨੀਅਨ ਤਾਂ ਹਮੇਸ਼ਾ ਹੀ ਰਹਿੰਦੇ ਆ ਹਾਂ ਉਹ ਤੁਸੀਂ ਦੋ ਵਿਅਕਤੀਆਂ ਨੂੰ ਟੋਟਲੀ 100% ਇੱਕੋ ਜਿਹੇ ਨਹੀਂ ਕਹਿ ਸਕਦੇ ਹੈਗੇ ਹਾਂਜੀ ਜੇ ਮਤਲਬ ਇੱਥੋਂ ਤੱਕ ਕਿ ਜਿਹੜੇ ਬੋਰਨ ਬੱਚੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਜੋੜੇ ਕਹਿ ਦਿੰਦੇ ਆ ਹਾਂਜੀ ਆਇਡੈਂਟੀਕਲ ਨਾਨ ਆਇਡੈਂਟੀਕਲ ਵੀ ਕਹਿ ਦਿੰਦੇ ਆ ਇੱਕ ਤਾਂ ਉਹ ਨੇ ਜਿਹੜੇ ਇੱਕੋ ਇੱਕ ਨੂੰ ਮਤਲਬ ਡਿਵੀਜ਼ਨ ਹੋ ਕੇ ਬਣਦੇ ਆ ਹਾਂਜੀ ਤੇ ਜਿਨ੍ਹਾਂ 'ਚ ਸੇਮ ਕੁਆਲਿਟੀਜ਼ ਆਈਆਂ ਨੇ ਓਕੇ ਉਹਨਾਂ 'ਚ ਵੀ ਮਤਲਬ ਡਿਫਰੈਂਸ ਆਫ ਓਪੀਨੀਅਨ ਆਉਣਗੇ ਬ੍ਰੇਨ ਦਾ ਥਾਟ ਪੈਟਰਨ ਅਲੱਗ-ਅਲੱਗ ਹੋ ਜਾਣਾ ਕਿਉਂਕਿ ਇੱਕ ਵੱਖਰੇ ਮਾਹੌਲ ਜੇ ਜਾ ਰਿਹਾ ਦੂਸਰਾ ਵੱਖਰੇ ਜਾ ਰਿਹਾ ਤਾਂ ਜਿਹੜੀ ਸੋਸਾਇਟੀ ਦਾ ਇੰਪੈਕਟ ਆ ਉਹ ਡਿਫਰੈਂਟ ਆਊਗਾ ਹਾਂਜੀ ਤੇ ਉਹਨੇ ਡਿਫਰੈਂਟ ਕਿਸਮ ਦੇ ਵਿਊ ਲੈ ਕੇ ਆਉਣੇ ਆ ਸੋ ਇਸ ਤਰ੍ਹਾਂ ਸਾਡੀ ਜਿਹੜੀ ਮਤਲਬ ਡਿਫਰੈਂਸ ਆਫ ਓਪੀਨੀਅਨ ਹੈ ਇਹਨੂੰ ਮਾਨਤਾ ਦੇਣੀ ਜ਼ਰੂਰੀ ਹੁੰਦੀ ਹੈ ਵੀ ਨਹੀਂ ਸਾਡੇ ਨਾਲ ਵਖਰੇਵਾਂ ਹੋ ਸਕਦਾ ਹੈ ਜੇ ਇਹਨਾਂ ਘਰਾਂ 'ਚ ਵੀ ਅਸੀਂ ਐ ਸਮਝਣ ਲੱਗ ਜਾਈਏ ਬੱਚਿਆਂ ਵਾਲੀ ਗੱਲ ਨੂੰ ਵੀ ਸਮਝਣ ਲੱਗ ਜਾਈਏ ਜਿਵੇਂ ਆਪਾਂ ਟੀਨੇਜ ਦੀ ਗੱਲ ਕੀਤੀ ਹੈ ਹਾਂਜੀ ਵੀ ਟੀਨੇਜਰ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਵੀ ਅਸੀਂ ਕੁਛ ਹੱਦ ਤੱਕ ਸਮਝ ਕੇ ਉਹਨਾਂ ਦੀ ਟਾਕ ਨੂੰ ਹੌਲੀ-ਹੌਲੀ ਠੰਡੇ ਢੰਗ ਨਾਲ ਕਿਤੇ ਅੱਗੇ ਤੋਰਨ ਦੀ ਕੋਸ਼ਿਸ਼ ਕਰਾਂਗੇ ਨੈਚੁਰਲੀ ਉਹ ਵੀ ਤੁਹਾਨੂੰ ਕੋਆਪਰੇਟ ਕਰਨ ਲੱਗ ਜਾਣਗੇ ਡਾਕਟਰ ਸਾਹਿਬ ਮੈਂ ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਹੈ ਮੈਂ ਹਮੇਸ਼ਾ ਇਹ ਗੱਲ ਕਰਦਾ ਮੈਂ ਵੀ ਲੋਕਾਂ ਦੇ ਵਿਚਰਦਾ ਔਰ ਗੱਲਬਾਤ ਕਰਦਾ ਰਹਿਣਾ ਕਿ ਜੇ ਅਸੀਂ ਉਹਨਾਂ ਤੋਂ ਰੈਸ਼ਨਲਾਈਜ਼ ਮੰਗਣ ਲੱਗ ਜਾਈਏ ਬਈ ਠੀਕ ਤੁਸੀਂ ਜੋ ਗੱਲ ਕਰ ਰਹੇ ਹੋ ਉਹਨੂੰ ਰੈਸ਼ਨਲਾਈਜ਼ ਕਰ ਦਿਓ ਹਾਂਜੀ ਠੀਕ ਹੈ ਨਾ ਤਾਂ ਉਹ ਜਦ ਰੈਸ਼ਨਲਾਈਜ਼ ਕਰਨ ਵਾਸਤੇ ਉਹਦੇ ਵਾਸਤੇ ਉਹਨੂੰ ਕੋਈ ਨਾ ਕੋਈ ਪੁਆਇੰਟਸ ਕੋਈ ਨਾ ਕੋਈ ਦਲੀਲ ਕੋਈ ਨਾ ਕੋਈ ਆਪਣਾ ਰੈਸ਼ਨਲ ਦੇਣਾ ਪੈਣਾ ਕਿ ਇਹ ਮੈਂ ਆਪਣੀ ਜੋ ਗੱਲ ਕਹਿ ਰਿਹਾ ਇਹ ਸਹੀ ਹੈ ਕਿਉਂ ਸਹੀ ਹੈ ਦੇਖੋ ਗੱਲ ਬੜੀ ਸਾਫ਼ ਹੈਗੀ ਲਰਨਿੰਗ ਪ੍ਰੋਸੈਸ ਜਿਹਨੂੰ ਕਹਿੰਦੇ ਹਾਂ ਅਸੀਂ ਹਾਂਜੀ ਸਿੱਖਣ ਦਾ ਜਿਹੜਾ ਮੈਥਡ ਹੈਗਾ ਤਰੀਕਾ ਹੈਗਾ ਪ੍ਰੋਸੀਡ ਕਿਵੇਂ ਕਰਨਾ ਅਸੀਂ ਉਹ ਤਾਂ 2 ਜਾਂ 4 ਬੰਦਿਆਂ 'ਚ ਬਹਿ ਕੇ ਟਾਕ ਜਿਹਨੂੰ ਸੋਸ਼ਲ ਟਾਕ ਕਹਿੰਦੇ ਆਪਾਂ ਹਾਂਜੀ ਉਹਦੇ 'ਚ ਆਉਣਾ ਹੁੰਦਾ ਹਾਂਜੀ ਜਿਹੜੇ ਡਿਫਰੈਂਸ ਆਫ ਓਪੀਨੀਅਨ ਹੈਗੇ ਆ ਅਸੀਂ ਆਪਣੀ ਓਪੀਨੀਅਨ ਦੇ ਕੇ ਦੂਸਰੇ ਓਪੀਨੀਅਨ ਨੂੰ ਵੀ ਨਾਲ ਲੈਂਦੇ ਹੈਗੇ ਆ ਬ੍ਰੇਨ ਦੀ ਕੁਆਲਿਟੀ ਹੈ ਵੀ ਉਸ ਨੇ ਜਿਹੜਾ ਰਾਈਟ ਓਪੀਨੀਅਨ ਹੈ ਕੋਈ ਬ੍ਰੇਨ ਵੀ ਹੈ ਚਾਹੇ ਕੱਟੜ ਕਿਉਂ ਨਾ ਹੋਵੇ ਉਹ ਵੀ ਕਈ ਐਕਸੈਪਟ ਕਰ ਜਾਂਦਾ ਹੈ ਅੱਛਾ ਜੀ ਜੇ ਬ੍ਰੇਨ 'ਚੋਂ ਐਕਸੈਪਟ ਹੋ ਗਿਆ ਤਾਂ ਉਹਦੇ ਚੇਂਜ ਆਉਣੀ ਸ਼ੁਰੂ ਹੋ ਜੂ ਨਾਲ ਦੀ ਨਾਲ ਹੀ ਲੰਬਾ ਕਿਸੇ ਨੂੰ ਮਤਲਬ ਨਸੀਹਤਾਂ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਹਾਂਜੀ ਸ਼ਾਰਟਕਟ ਤੁਸੀਂ ਜੇ ਕਿਸੇ ਗੱਲ ਨੂੰ ਲਿਆ ਕੇ ਦਿਮਾਗ ਤੇ ਲੈ ਜਾਂਦੇ ਆ ਉਹ ਸ਼ਾਰਟਕਟ ਜੇ ਦਿਮਾਗ 'ਚ ਕਿਹੜਾ ਬੈਠ ਗਈ ਆ ਉਸੇ ਨੇ ਆਪਣਾ ਪ੍ਰਭਾਵ ਛੱਡਣਾ ਸ਼ੁਰੂ ਕਰ ਦੇਣਾ ਹੁੰਦਾ ਹੈਗਾ ਠੀਕ ਹੈ ਬ੍ਰੇਨ ਜਿਹੜਾ ਰੋਂਗ ਜਿਹੜੀ ਥਿੰਕਿੰਗ ਹੈਗੀ ਆ ਰੋਂਗ ਓਪੀਨੀਅਨ ਹੈ ਉਹਨੂੰ ਡਰੈਗ ਆਊਟ ਕਰਦਾ ਆਪਣੇ ਆਪ ਹੀ ਓਕੇ ਠੀਕ ਹੈ ਡਾਕਟਰ ਸਾਹਿਬ ਅੱਜ ਆਪਾਂ ਗੱਲ ਕੀਤੀ ਖਾਸ ਕਰਕੇ ਜਿਹੜਾ ਕੋਵਿਡ ਦੇ ਦੌਰਾਨ ਪੈਂਡੈਮਿਕ ਦੇ ਦੌਰਾਨ ਜਿਹੜੇ ਜਿਵੇਂ ਆਪਾਂ ਕੁਆਰੰਟਾਈਨ ਵਿੱਚ ਹੈ ਸੀ ਸਾਰੇ ਇਕੱਠੇ ਰਹਿ ਰਹੇ ਸੀ ਸੋ ਉਹਨਾਂ 'ਚ ਕੀ ਪ੍ਰੋਬਲਮਸ ਆਈਆਂ ਨੇ ਕੀ ਆ ਸਕਦੀਆਂ ਨੇ ਆਪਾਂ ਨੂੰ ਕਿੱਦਾਂ ਸੋਲਵ ਕਰਨਾ ਚਾਹੀਦਾ ਸਾਨੂੰ ਥੋੜ੍ਹੀ ਜਿਹੀ ਆਪਾਂ ਗੱਲ ਕੀਤੀ ਕਿ OCD ਕੀ ਹੁੰਦੀ ਹੈ ਜਾਂ ਇਹ ਸਾਰਾ ਕੁਝ ਡਿਟੇਲ ਬਾਰੇ ਸੋ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹਦੇ ਹੋਰ ਕਈ ਐਸਪੈਕਟਸ ਬਾਰੇ ਮੈਂਟਲ ਹੈਲਥ ਦੇ ਹੋਰ ਐਸਪੈਕਟਸ ਬਾਰੇ ਗੱਲ ਜ਼ਰੂਰ ਕਰਾਂਗੇ ਅਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਅਤੇ ਬੜੀ ਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਤੁਸੀਂ ਵੀ ਪੰਜਾਬ ਮਤਲਬ ਜਿਹੜਾ ਤੁਹਾਡਾ TV ਹੈਗਾ ਇਸ ਨੇ ਪੰਜਾਬ ਸਟਾਰ ਨੇ ਮੈਨੂੰ
ਮੌਕਾ ਦਿੱਤਾ ਹੈ ਤੇ ਤੁਹਾਡੇ ਨਾਲ ਗੱਲ ਕਰਕੇ ਵੀ ਮੈਨੂੰ ਸਵਾਦ ਆਇਆ ਹੈਗਾ। ਥੈਂਕ ਯੂ ਬਹੁਤ ਧੰਨਵਾਦ। ਥੈਂਕ ਯੂ ਜੀ। ਦਰਸ਼ਕੋ, ਅਸੀਂ ਅੱਜ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਅਸੀਂ ਡਾਕਟਰ ਸਾਹਿਬ ਨੂੰ ਮਿਲ ਕੇ ਹੋਰ ਕਈ ਮਾਨਸਿਕ ਤੌਰ 'ਤੇ ਜਿਹੜੇ ਪ੍ਰੋਬਲਮ ਸਾਡੀ ਸੁਸਾਇਟੀ ਵਿੱਚ ਹੈ ਨੇ ਤੁਹਾਨੂੰ ਨਜ਼ਰ ਆਉਂਦੀਆਂ ਉਹਨਾਂ ਬਾਰੇ ਗੱਲ ਕਰਾਂਗੇ। ਸੋ ਅੱਜ ਇੱਥੇ ਇੰਨਾ ਹੀ। ਥੈਂਕ ਯੂ।